चक्र चिहन अर वर्ण जात अर पात निहिन जह रूप रंग अर रेख पेख को कह न सकत के चल मूर्ति अनपौ प्रकाश मित्तोज जय कोटिंद्र इंद्राण साहे साहान गिण जय त्रिपवड़ महीप सुर नर सुर नेत नेत बन तिरन कहत तय सर्वनाम कथै कवन कर्म नाम वर्णत समत अस कृपान खंडो खड़ग तबक तवरि अरतीर सब सरोही सहती जह हमारा पीर तीर तुही सथी तुही तवर तरवार नाम तिहारो जो जपै पै सिंध पव पार काल तुही काली तुही तेगी अरतीर तुही निशानी जीत की आज तुही जगबीर खड़ग खेत में शरण तिहारी आप हाथ दे लिहु उभारी सर्व ठाउर मोह हो सहाई दुष्ट दोख ते लिहु बचाई नमस्कार श्री खड़ग को करो सोहित चितलाय पूर्ण करो ग्रंथे तुम मोह करो सहाय मुकुचरा शास्त्र खट पिंग किरण चढ़ जाय अंडल खै बदरो सुने जो काल कृपा कराय कहाँ बुद्ध प्रभ तुच्छ हमारी वर्ण सकै महिमा जो तिहारी हम न सकत कर सिफत तुम्हारी आप लिहो तुम कथा सुधारी हम न सकत कर सिफत तुम्हारी आप लिहो तुम कथा सुधारी। वाहेगुरु साहिब जियो। ठीक है। अथ जुजात राजा को राज कथनं मद भार छंद पुन भयो जुजात शोभा अपात दस चारवंत शोभा सुबंत अथ जुजात राजा को राज कथनं मद भार छंद पुन भयो जुजात।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਰਹਿਮਤ ਦਾ ਸਦਕਾ ਗੁਰੂ ਕਲਗੀਧਰ ਪਾਤਸ਼ਾਹ ਦੀ ਬਾਣੀ ਦੀ ਵਿਚਾਰ ਲੜੀਵਾਰ ਰੂਪ ਵਿੱਚ ਪ੍ਰਾਰੰਭ ਹੋਈ ਹੈ। ਆਪਾਂ ਸੰਗਤ ਰੂਪ ਵਿੱਚ ਜੁੜ ਕੇ ਇਹ ਬਾਣੀ ਦੁਆਰਾ ਵਿਚਾਰਾਂ ਕਰਕੇ ਲਾਹੇ ਲੈ ਰਹੇ ਹਾਂ। ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਬ੍ਰਹਮਾ ਦੇ ਅਵਤਾਰਾਂ ਦੀ ਕਥਾ, ਉਹਨਾਂ ਦੇ ਵਿੱਚੋਂ ਬ੍ਰਹਮਾ ਦਾ ਅਵਤਾਰ ਵਿਆਸ ਜੀ ਹੋਏ। ਵਿਆਸ ਜੀ ਨੇ ਜਿਵੇਂ ਪਿੱਛੇ ਹੋ ਚੁੱਕੇ ਰਾਜਿਆਂ ਦੇ ਸਾਰੇ ਪ੍ਰਸੰਗ ਪੁਰਾਣਾਂ ਵਿੱਚ ਲਿਖੇ, ਉਹ ਰਾਜਿਆਂ ਦੇ ਜਿਹੜੇ ਪ੍ਰਸੰਗ ਆ ਉਹਨਾਂ ਦਾ ਲੱਥਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸੋਹਣੀ ਕਾਵਿ ਰਚਨਾ ਵਿੱਚ ਕੀਤਾ ਹੈ, ਬਾਣੀ ਵਿੱਚ ਕੀਤਾ ਹੈ। ਉਹ ਕੱਲ ਦੇ ਦੀਵਾਨ ਵਿੱਚ ਜਿਵੇਂ ਸਗਰ ਰਾਜੇ ਦਾ ਇਹ ਪ੍ਰਸੰਗ ਸੁਣਿਆ, 60,000 ਪੁੱਤਰ ਵੀ ਮਹਾਰਾਜ ਨੇ 1 ਲੱਖ ਪੁੱਤਰ ਲਿਖਿਆ ਹੈ। ਉਹ ਪੁਰਾਣਾਂ ਦੇ ਪ੍ਰਸੰਗ ਕੁਝ ਐਸੇ ਹੀ ਹੈ। ਸ਼ੰਕਾ ਸੁਨ ਵੇਦ ਪੁਰਾਣ, ਕਿਸੇ ਪੁਰਾਣ ਵਿੱਚ ਰਾਜੇ ਨੂੰ ਧਰਮੀ ਪਿਆ ਹੈ, ਕਿਸੇ ਉਸੇ ਅਗਲੇ ਪੁਰਾਣ ਵਿੱਚ ਉਸੇ ਰਾਜੇ ਨੂੰ ਬਹੁਤ ਅਧਰਮੀ ਕਿਹਾ, ਮਾੜਾ ਕਿਹਾ ਹੈ। ਇਹ ਸੁਣ ਕੇ ਇਹ ਦੋਹਾਂ ਦੇ ਪ੍ਰਸੰਗ ਸ਼ੰਕਾ ਉੱਠਦੀ ਹੈ ਵੀ ਹੁਣ ਰਾਜਾ ਧਰਮੀ ਸੀ ਕਿ ਅਧਰਮੀ ਸੀ। ਜਿਵੇਂ ਆਬੇ ਨੂੰ ਰਾਜੇ ਦਾ ਵੀ ਪ੍ਰਸੰਗ ਹੋਣਾ, ਇਹਦੇ ਵਿੱਚ ਤਾਂ ਲਿਖਿਆ ਵੀ ਉਹ ਬਹੁਤ ਚੰਗਾ ਸੀ, ਤੇ ਕੁਝ ਪੁਰਾਣਾਂ ਵਿੱਚ ਐਸਾ ਵੀ ਲਿਖਿਆ ਵੀ ਇਹ ਬਹੁਤ ਅਧਰਮੀ ਸੀ, ਬਹੁਤ ਮਾੜਾ ਸੀ। ਉਹ ਗੁਰੂ ਮਹਾਰਾਜ ਜੀ ਨੇ ਉਹ ਰਾਜਿਆਂ ਦੇ ਪ੍ਰਸੰਗ ਜਿਵੇਂ ਪੁਰਾਣਾਂ ਵਿੱਚ ਆਏ ਉਵੇਂ ਲਿਖ ਦਿੱਤੇ। ਕੁਝ ਜਿਹੜੇ ਪ੍ਰਸੰਗ ਬਹੁਤ ਹੀ ਸ਼ੰਕਾ ਵਾਲੇ ਸੀ, ਉਹਨਾਂ ਨੂੰ ਮਹਾਰਾਜ ਨੇ ਨਹੀਂ ਲਿਖਿਆ ਹੈ, ਕਿਉਂਕਿ ਜਦੋਂ ਕੋਈ ਪ੍ਰਸੰਗ ਸੁਣੇ ਤੇ ਉਹ ਸੁਣ ਕੇ ਫਿਰ ਸ਼ੰਕਾ ਉੱਠੇ। ਹੁੰਦੀ ਤਾਂ ਕਥਾ ਵਾਰਤਾ ਸ਼ੰਕਾ ਦੀ ਨਿਵਰਤੀ ਵਾਸਤੇ, ਸੁਣ ਕੇ ਕਥਾ ਸ਼ੰਕਾ ਉੱਠ ਕਰੀ ਤੇ ਫਿਰ ਜਿੱਥੇ ਮਨ ਦਾ ਟਿਕਾ ਹੋਣਾ ਕਥਾ ਸੁਣ ਕੇ ਉੱਥੇ ਬੇਚੈਨੀ ਹੁੰਦੀ ਹੈ, ਤਲਕੀ ਉੱਠਦੀ ਵੀ ਆ ਕੀ ਹੈ। ਇਸ ਤਰ੍ਹਾਂ ਸਗੜ ਰਾਜੇ ਦੇ ਜਿਵੇਂ ਪੁੱਤਰਾਂ ਦਾ ਮਰਨਾ ਹੋਇਆ, ਉਹ ਪਤਾਲ ਦੇ ਵਿੱਚ ਹੀ ਜਿਹੜਾ ਕਪਲ ਮੁਨੀ ਨੇ ਅੱਖਾਂ ਵਿੱਚੋਂ ਅਗਨੀ ਕੱਢ ਕੇ ਸਾਰੇ ਭਸਮ ਕਰ ਦਿੱਤੇ ਸੀ। ਫਿਰ ਜਿਹੜਾ ਇਹਦਾ ਪੋਤਰਾ ਸੀ ਉਹ ਸਗੜ ਰਾਜੇ ਦਾ, ਉਹ ਪਤਾ ਕਰਨ ਗਿਆ ਸੀ। ਜਾਂ ਜਾ ਕੇ ਦੇਖਿਆ ਵੀ ਸਾਰੇ ਭਸਮ ਹੋਏ ਪਏ ਹੈ। ਇੱਕ ਕਪਲ ਮੁਨੀ ਨੂੰ ਪ੍ਰਸੰਨ ਕੀਤਾ ਇਸਨੇ। ਕਪਲ ਜੀ ਨੇ ਫਿਰ ਕਹਿ ਦਿੱਤਾ ਵੀ ਤੇਰੇ ਘਰੇ ਜਿਹੜਾ ਪੋਤਰਾ ਹੋ ਨਾ ਭਗੀਰਥ, ਉਹ ਇਹਨਾਂ ਦੀ ਗਤੀ ਕਰਾ ਦੂਗਾ। ਉਹ ਬ੍ਰਹਮ ਲੋਕ ਵਿੱਚੋਂ ਇੱਕ ਗੰਗਾ ਲਿਆਏਗਾ ਤਪ ਕਰਕੇ, ਫਿਰ ਉਹ ਪਵਿੱਤਰ ਜਲ ਜਦੋਂ ਉਹ ਛਿੜਕੇਗਾ ਫਿਰ ਇਹਨਾਂ ਦੀ ਗਤੀ ਹੋ ਜਾਊਗੀ, ਕਲਿਆਣ ਹੋ ਜਾਊਗੀ, ਫਿਰ ਇਹ ਸੁਰਗ ਲੋਕ ਵਿੱਚ ਚਲੇ ਜਾਣਗੇ। ਇਸ ਤਰ੍ਹਾਂ ਜਿਵੇਂ ਪੁਰਾਣਾਂ ਦੇ ਪ੍ਰਸੰਗ
ਉਹ ਕੁਝ ਮਹਾਰਾਜ ਨੇ ਲਿਖੇ, ਕੁਝ ਨਹੀਂ ਲਿਖੇ। ਉਹ ਸਗਰ ਰਾਜੇ ਦਾ ਮਰਨਾ, ਫਿਰ ਉਹਦੇ ਪੁੱਤਰਾਂ ਦਾ, ਜਿਵੇਂ ਉਹ ਕਪਲ ਮੁਨੀ ਦੇ ਅੱਖਾਂ ਵਿੱਚੋਂ ਅਗਨੀ ਕੱਢ ਕੇ ਭਸਮ ਹੋਣਾ, ਉਹ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਪ੍ਰਸੰਗ ਪੜ੍ਹਿਆ ਸੀ। ਜਿਵੇਂ ਕਿ ਜਜਾਤੀ ਰਾਜੇ ਦਾ ਪ੍ਰਸੰਗ, ਜੋ ਨੌਖ ਰਾਜੇ ਦਾ ਪੁੱਤਰ ਸੀ, ਨੌਖ ਰਾਜਾ ਵੀ, ਇਹਦਾ ਪ੍ਰਸੰਗ ਵੀ ਅਜੀਬ ਹੀ ਤਰ੍ਹਾਂ ਦਾ ਹੈ। ਵੀ ਜਦੋਂ ਇਹ ਸਵਰਗ ਵਿੱਚ ਗਿਆ ਸੀ, ਉਸ ਵੇਲੇ ਇੰਦਰ ਹੈ ਨਹੀਂ ਸੀ ਉੱਥੇ, ਕਹਿੰਦੇ, ਕਿਉਂਕਿ ਇਹ ਜਿਹੜੀ ਗੌਤਮ ਦੀ ਇਸਤਰੀ ਹੱਲਿਆ ਹੈ, ਉਹਦੇ ਨਾਲ ਸੰਬੰਧ ਕਰਨ ਤੋਂ ਫਿਰ ਇਹਨੂੰ ਸ਼ਰਾਪ ਮਿਲ ਗਿਆ ਸੀ। ਇਹ ਵੀ ਤੇਰੇ ਸਰੀਰ ਤੇ ਇਹੋ ਜਿਹੇ ਚਿੰਨ੍ਹ ਜੇ ਹੋ ਜਾਣ, ਉਹ ਲੋਹ ਕੁਚਲੋ ਜੋ ਫਿਰ ਸਾਰੇ ਸਰੀਰ ਵਿੱਚੋਂ ਨਿਕਲਦਾ ਰਹਿੰਦਾ ਸੀ। ਫਿਰ ਲੁਕ ਗਿਆ ਸੀ ਸ਼ਰਮ ਦਾ ਮਾਰਾ ਕਮਲਾਂ ਦੀ ਬਗੀਚੀ ਵਿੱਚ ਆ ਕੇ, ਉਹ ਅੰਦਰ ਲੋਕ ਸੁੰਨਾ ਹੋ ਗਿਆ ਸੀ। ਫਿਰ ਇਹਦਾ ਜਜਾਤੀ ਰਾਜੇ ਦਾ ਜਿਹੜਾ ਪਿਓ ਹੈ ਨੌਖ, ਇਹ ਜਾ ਬੈਠਾ ਸੀ ਸਿੰਘਾਸਣ ਤੇ ਬ੍ਰਹਸਪਤ ਨੇ, ਦੇਵਤਿਆਂ ਦੇ ਗੁਰੂ ਨੇ ਇਹਨੂੰ ਬਿਠਾਇਆ ਸੀ। ਹੋਰ ਤਾਂ ਦੇਵਤੇ ਕਹਿੰਦੇ ਆ ਗਏ ਸੀ, ਸਾਰਿਆਂ ਨੇ ਮੱਥਾ ਟੇਕਤਾ, ਸਾਰਿਆਂ ਨੂੰ ਪੂਜਨ ਕਰਤਾ, ਪਰ ਇੰਦਰ ਦੇ ਘਰ ਵਾਲੀ ਜਿਹੜੀ ਸੱਚੀ ਸੀ ਉਹ ਨਹੀਂ ਆਈ। ਜਿਹੜੇ ਬ੍ਰਹਸਪਤ ਨੂੰ ਕਿਹਾ ਵੀ ਉਹ ਨਹੀਂ ਆਈ, ਉਹ ਵੀ ਆਉਣੀ ਚਾਹੀਦੀ ਹੈ। ਉਹਨੂੰ ਸੁਨੇਹਾ ਭੇਜ ਦਿੱਤਾ ਹੈ ਵੀ ਤੂੰ ਵੀ ਆ ਕੇ ਇੱਥੇ ਦੇਵਲੋਕ ਉਸ਼ਾ ਵਿੱਚ ਹਾਜ਼ਰ ਹੋ। ਉਸਨੇ ਅੱਗਿਓਂ ਸੁਨੇਹਾ ਭੇਜਦਾ ਹੈ ਵੀ ਤੂੰ ਜਿਹੜੀ ਆ ਸੱਤ ਲਿਖੀ ਹੈ, ਇਹਨਾਂ ਨੂੰ ਪਾਲਕੀ ਦੇ ਲਾ ਕੇ, ਉਹ ਪਾਲਕੀ ਤੇ ਚੜ੍ਹ ਕੇ ਤੇ ਫਿਰ ਮੇਰੇ ਕੋਲ ਪਹੁੰਚ। ਉਹ ਫਿਰ ਸੱਤਾਂ ਲਿਖੀਆਂ ਨੂੰ ਬੁਲਾ ਕੇ ਪਾਲਕੀ ਤੇ ਚੜ੍ਹ ਕੇ ਉਹਨਾਂ ਨੂੰ ਮੋਢੇ ਤੇ ਪਾਲਕੀ ਛਕਾ ਕੇ ਵਿੱਚ ਬੈਠ ਕੇ ਜੋ ਚੱਲਿਆ, ਉਹਨਾਂ ਜਿਹੜੇ ਲਿਖੀ ਸੀ ਉਹ ਹੌਲੀ ਹੌਲੀ ਚੱਲਣ ਮਸਤ ਵਿੱਚ ਚਾਲ ਵਿੱਚ। ਇਹ ਕਹੇ ਸਰਪ ਸਰਪ ਵੀ ਛੇਤੀ ਚੱਲੋ, ਛੇਤੀ ਚੱਲੋ। ਉਹ ਕਹਿੰਦੇ ਜਿਹੜਾ ਭਰਤ ਜੜ ਸੀ ਲਿਖੀ, ਉਹਦੇ ਕੁਛ ਇਹਨੇ ਸ਼ਮਕ ਵੀ ਜੀ ਮਾਰਤੀ ਸੀ ਵੀ ਤੂੰ ਕਿਵੇਂ ਵੀ ਗਾਠੇ ਟਾਇਆ ਚੱਲਦਾ, ਛੇਤੀ ਨਹੀਂ ਚੱਲਦਾ। ਉਹ ਜਦੋਂ ਅਸੀਂ ਸਰਪ ਸਰਪ ਕਹੀ ਗਿਆ, ਕੰਮ ਹੀ ਹੋਇਆ ਜੀ। ਉਹ ਕਿਹੜੀ ਫਿਰ ਉਹਨਾਂ ਨੇ ਗੁੱਸੇ ਵਿੱਚ ਆ ਕੇ ਕਹਿੰਦੇ ਉਹ ਸੱਪ ਤਾਂ ਤੂੰ ਬਣ, ਕੰਮ ਹੀ ਆ, ਅਸੀਂ ਕਿਉਂ ਬਣ ਗਏ। ਇਹਦਾ ਜਜਾਤੀ ਦਾ ਪਿਓ ਜਿਹੜਾ ਨੌਖ ਰਾਜਾ ਸੀ, ਉਹ ਰਿਖੀਆਂ ਦੇ ਸ਼ਰਾਪ ਕਰਕੇ ਸਭ ਬਣ ਕੇ ਹੇਠਾਂ ਫਿਰ ਲਿਖਿਆ ਸੀ। ਇੱਧਰਲੇ ਜਿਹੜੇ ਕੋਈ ਹੇਠਲੇ ਰਿਖੀ ਸੀ, ਇਹ ਜਿਹੜਾ ਜਜਾਤੀ ਇਹਦਾ ਪੁੱਤਰ ਸੀ, ਇਹਨੇ ਫਿਰ ਇਸ ਤਰ੍ਹਾਂ ਪੂਜਨ ਕਰਕੇ ਫਿਰ ਉਹਨੂੰ ਭੇਜਿਆ ਸੀ। ਉੱਥੇ ਇਹੋ ਜਿਹੇ ਪੁਰਾਣਾਂ ਦੇ ਪ੍ਰਸੰਗ ਵੀ ਨਹੀਂ ਡਿੱਗਣ ਦਿੱਤਾ ਸੀ। ਸਾਰਾ ਵਿਚਾਰ ਜਜਾਤੀ ਰਾਜੇ ਦਾ ਜਿਹੜਾ ਪ੍ਰਸੰਗ ਹੈ ਸ਼ੁਰੂ ਹੋ ਰਿਹਾ ਹੈ, ਉਹ ਜਿਵੇਂ ਵੀ ਆਉਂਦਾ ਹੈ ਆਪਾਂ ਮਨ ਲਾ ਕੇ ਸੁਣੀਏ ਜੀ। ਪੁੰਨ ਭਇਓ ਜੁਜਾਤ, ਅਥ ਜੁਜਾਤ ਰਾਜਾ ਕੋ ਰਾਜ ਕਥਨਾ। ਜਿਵੇਂ ਜੁਜਾਤੀ ਰਾਜਾ ਨੌਖ ਰਾਜੇ ਦਾ ਪੁੱਤਰ ਇੱਥੇ ਰਾਜ ਭਾਗ ਦਾ ਮਾਲਕ ਹੋਇਆ, ਉਹਦੇ ਰਾਜ ਭਾਗ ਦਾ ਕਥਨ ਕਰਦੇ ਹਾਂ ਜੀ। ਮਦ ਭਾਰ ਛੰਦ ਪੁੰਨ ਭਇਓ ਜੁਜਾਤ। ਕਹਿੰਦੇ ਇਸ ਤਰ੍ਹਾਂ ਵੀ ਅੱਗੇ ਇੱਥੇ ਭਾਰਤ ਭੂਮੀ ਵਿੱਚ
ਨੋਖ ਦਾ ਪੁੱਤਰ ਜੁਜਾਤੀ ਰਾਜਾ ਹੋਇਆ। ਸ਼ੋਭਾ ਅਪਾਤ ਜਿਹਦੀ ਸ਼ੋਭਾ ਅਪਾਤ ਕੀ ਬਹੁਤੀ ਸੀ, ਜਾਂ ਅਪਾਤ ਅਚਰਜ ਅਲੌਕਿਕ ਹੀ ਸੀ। 10 ਚਾਰਵੰਤ 10 ਤੇ 4 ਇਹ ਜਿਹੜੀਆਂ 14 ਵਿਦਿਆ, ਇਹਨਾਂ ਵਾਲਾ 14 ਵਿਦਿਆ ਪੜ੍ਹਿਆ ਹੋਇਆ, 14 ਵਿਦਿਆ ਵਾਲਾ ਹੈ ਸੀ। ਸ਼ੋਭਾ ਸੁਬੰਤ ਸ਼ੋਭਾ ਕਰਕੇ ਬੜਾ ਸ਼ੋਭਦਾ ਹੈ ਸੀ, ਸਜਦਾ ਹੈ ਸੀ। ਸੁੰਦਰ ਸੋਨੈਣ ਜਿਸ ਜੁਜਾਤੀ ਰਾਜੇ ਦੇ ਜਿਹੜੇ ਨੇਤਰ ਹੈ ਬਹੁਤ ਹੀ ਸੁੰਦਰ ਸਨ। ਜਨ ਰੂਪ ਮੈਣ ਤੇ ਜਾਣੀ ਕਾਮਦਾਈ ਸਰੂਪ ਸੀ। ਐਸਾ ਸੋਹਣੇ ਨੇਤਰਾਂ ਵਾਲੇ ਸੋਹਣੇ ਸਰੀਰ ਵਾਲਾ ਹੈ। ਸ਼ੋਭਾ ਅਪਾਰ ਅਪਾਰੀ ਸ਼ੋਭਾ ਵਾਲਾ ਹੈ ਸੀ। ਸ਼ੋਭਤ ਸੁਧਾਰ ਸ਼ੋਭਾ ਕਰਕੇ ਜਾਣੀ ਸੁਧਾਰਿਆ ਹੋਇਆ ਸੀ, ਸ਼ੋਭਾ ਕਰਕੇ ਬਣਾਇਆ ਹੋਇਆ ਸੀ। ਜਾਣੀ ਸ਼ੋਭਾ ਹੀ ਇਹ ਜੁਜਾਤੀ ਰਾਜੇ ਦਾ ਰੂਪ ਬਣੀ ਹੋਈ ਸੀ, ਜਾਂ ਇਸ ਤਰ੍ਹਾਂ ਸੁਧਾਰ ਕੇ ਸ਼ੋਭਾ ਸਹਿਤ ਸ਼ੋਭਾ ਵਾਲਾ ਬਣਾਇਆ ਹੋਇਆ ਸੀ। ਸੁੰਦਰ ਸਰੂਪ ਇਹ ਜਿਹੜਾ ਜੁਜਾਤੀ ਰਾਜਾ ਹੈ ਬੜਾ ਸੁੰਦਰ ਸਰੂਪ ਵਾਲਾ ਸੀ। ਸ਼ੋਭੰਤ ਭੂਪ ਹੈ ਦੁਨੀਆ ਵਿੱਚ ਬੜਾ ਰਾਜਾ ਰੂਪ ਹੋ ਕੇ ਸ਼ੋਭਦਾ ਹੈ ਸੀ। 10 ਚਾਰਵੰਤ 10 ਤੇ 4 ਜਿਹੜੀਆਂ 14 ਵਿਦਿਆ ਉਹਨਾਂ ਨੂੰ ਪੜ੍ਹਿਆ ਵਾਲਾ ਹੋਇਆ ਸੀ। ਇਹ 14 ਵਿਦਿਆ ਵਾਲਾ ਹੈ ਸੀ। ਆਬਾ ਅਪੰਤ ਇਸ ਦੀ ਦੁਨੀਆ ਵਿੱਚ ਆਬਾ ਜਿਹੜੀ ਸ਼ੋਭਾ ਹੈ ਉਹ ਪੰਥ ਕੀ ਅਲੌਕਿਕ ਹੀ ਸੀ, ਬਹੁਤੀ ਸੀ, ਅਚਰਜ ਹੀ ਹੈ ਸੀ। ਗੁਣ ਗਨ ਅਪਾਰ ਨਾ ਸ਼ੋਭਾ ਵਾਲਾ ਤੇ ਅਪੰਤ ਭੈ ਤੋਂ ਰਹਿਤ ਸੀ, ਇਹ ਡਰ ਤੋਂ ਰਹਿਤ ਸੀ। ਗੁਣ ਗਨ ਅਪਾਰ ਅਪਾਰੀ ਗੁਣਾਂ ਦਾ ਇਹ ਗਨ ਕੀ ਝੁੰਡ ਸੀ, ਜਾਣੀ ਬਹੁਤੇ ਬਿਨਤੇ ਗੁਣਾਂ ਵਾਲਾ ਸੀ। ਸੁੰਦਰ ਉਦਾਰ ਤੇ ਬਹੁਤ ਹੀ ਸੁੰਦਰ ਸੀ ਤੇ ਉਦਾਰ ਸੀ, ਸਖੀ ਦਾਤਾ ਵੀ ਸੀ, ਜਾਨੀ ਦਿਲ ਖੋਲ ਕੇ ਦਾਨ ਦੇਣ ਵਾਲਾ ਸੀ। 10 ਚਾਰਵੰਤ ਫਿਰ ਉਸ ਨੂੰ ਦ੍ਰਿੜ ਕਰਾਉਂਦੇ ਹੈ 14 ਵਿਦਿਆ ਵਾਲਾ ਸੀ, 14 ਵਿਦਿਆ ਪੜ੍ਹਿਆ ਹੋਇਆ ਸੀ। ਸ਼ੋਭਾ ਸੁਬੰਤ ਚੰਗੀ ਸ਼ੋਭਾ ਕਰਕੇ ਹਰ ਪਾਸੇ ਸੋਹਦਾ ਹੈ ਸੀ। ਧਨ ਗੁਣ ਪ੍ਰਬੀਨ ਹਾਂ ਧਨ ਵਿੱਚ ਤੇ ਗੁਣਾਂ ਵਿੱਚ ਬੜਾ ਸਿਆਣਾ ਹੈ ਸੀ। ਪ੍ਰਭ ਕੋ ਅਧੀਨ ਤੇ ਪਰਮੇਸ਼ਰ ਦੇ ਹਮੇਸ਼ਾ ਅਧੀਨ ਹੋ ਕੇ ਇਹ ਚੱਲਣ ਵਾਲਾ ਸੀ। ਪਰਮੇਸ਼ਰ ਤੋਂ ਆਕੀ ਨਹੀਂ ਸੀ, ਪਰਮੇਸ਼ਰ ਦੇ ਅੱਗੇ ਨਿਮ ਕੇ ਚੱਲਣ ਵਾਲਾ ਸੀ। ਸ਼ੋਭਾ ਅਪਾਰ ਅਪਾਰੀ ਸ਼ੋਭਾ ਵਾਲਾ ਸੀ। ਸੁੰਦਰ ਕੁਮਾਰ ਤੇ ਸੋਹਣਾ ਕਹਿੰਦੇ ਇਸ ਤਰ੍ਹਾਂ ਇਹ ਕੁਮਾਰ ਕੀ ਸੁਪੁੱਤਰ ਸੀ। ਇਹ ਜਿਹੜਾ ਨੌਖ ਰਾਜਾ ਉਸਦਾ ਪੁੱਤਰ ਇਹ ਕੁਮਾਰ ਸੀ, ਸੋਹਣਾ ਸੁੰਦਰ ਪੁੱਤਰ ਸੀ। ਇਹ ਜੁਜਾਤੀ ਸ਼ਾਸਤਰ ਅਗ ਸੁਧ ਹੈ, ਚੰਗਾ ਸ਼ਾਸਤਰਾਂ ਦਾ ਅਗ ਕੀ ਅਗਿਆਤਾ ਹੈਗੀ। ਹੁਣ ਸ਼ਾਸਤਰ ਅਗ ਬਣ ਜੂ, ਅਗ ਨੂੰ ਗਿਆਤੇ ਦਾ ਹੁੰਦਾ, ਸਮਝ ਵਾਲੇ ਦਾ ਹੁੰਦਾ। ਸ਼ਾਸਤਰਾਂ ਦਾ ਅਗਿਆਤਾ ਸੀ, ਯਾਨੀ ਅਨਪੜ੍ਹ ਨਹੀਂ ਸੀ, ਚੰਗਾ ਸ਼ਾਸਤਰਾਂ ਦਾ ਗਿਆਨ ਰੱਖਣ ਵਾਲਾ, ਸਮਝ ਰੱਖਣ ਵਾਲਾ ਹੈ ਸੀ। ਕ੍ਰੋਧੀ ਸੋ ਜੁੱਧ ਜੰਗ ਦੇ ਵਿੱਚ ਬੜਾ ਗੁੱਸੈਲਾ ਸੀ, ਗੁੱਸੇ ਵਾਲਾ ਸੀ, ਕ੍ਰੋਧ ਕਰਨ ਵਾਲਾ ਸੀ। ਨ੍ਰਿਪ ਭਇਓ ਬੇਨ ਇਸ ਤਰ੍ਹਾਂ ਦਾ ਜਿਹੜਾ ਜਨਰਲ ਜੁਜਾਤੀ ਰਾਜਾ ਹੈ ਬੜਾ ਸੋਹਣਾ ਚੰਗਾ ਬੇਨ ਕੀਏ ਬਣਿਆ ਹੋਇਆ ਸੀ, ਸੋਹਣੀ ਬਨਾਵਟ ਵਾਲਾ ਸੀ। ਇੱਥੇ ਬੇਨੂ ਰਾਜਾ ਨਾ ਕਿਤੇ ਅਰਥ ਕਰ ਲੈਣਾ। ਇਹ ਪ੍ਰਕਰਨ ਅਨੁਸਾਰ ਚੰਗੀ ਸੋਹਣੀ ਬੇਨ ਕੀਏ ਬਨਾਵਟ ਵਾਲਾ ਬਣਤਰ ਵਾਲਾ ਸੀ। ਟਬ ਖਰਬਗਾ
ਬਿੰਗਾ ਟੇਢਾ ਜਿਹਾ ਨਹੀਂ ਸੀ। ਜਨ ਕਾਮ ਤੇਨ ਹਾਂ, ਜਿਵੇਂ ਕੋਈ ਕਾਮ ਧੇਨ ਗਊ ਹੁੰਦੀ, ਇਸ ਤਰ੍ਹਾਂ ਸਾਰਿਆਂ ਨੂੰ ਕਹਿੰਦੇ ਸਾਰਿਆਂ ਦੀਆਂ ਕਾਮਨਾ ਪੂਰੀਆਂ ਕਰਨ ਵਾਲਾ ਸੀ। ਜੋ ਕੋਈ ਕਹਿੰਦਾ ਸੀ ਉਹਦੀ ਇੱਛਾ ਪੂਰੀ ਕਰਦਾ, ਉਹੀ ਦਿੰਦਾ ਸੀ। ਜੁਝਾਤੀ ਰਾਜਾ ਖੂਨੀ ਸੋ ਖੱਗ ਤੇ ਇਸੇ ਤਰ੍ਹਾਂ ਆਪਣੇ ਹੱਥ ਵਿੱਚ ਜਿਹੜੀ ਖੂਨੀ ਤਲਵਾਰ ਉਹਨੂੰ ਰੱਖਣ ਵਾਲਾ ਸੀ। ਜੋਧਾ ਅਭਾਗ ਤੇ ਭੱਜਣ ਤੋਂ ਰਹਿਤ ਹੈ ਸੀ ਇਹ ਜੰਗੀ ਯੋਧਾ। ਖੱਤਰੀ ਅਖੰਡ ਜਿਹੜੇ ਅਖੰਡ ਖੱਤਰੀ ਸੀ, ਵੀ ਨਾ ਟੁੱਟੇ ਹੋਣ ਵਾਲਾ ਖੱਤਰੀ ਸੂਰਵੀਰ ਸੀ। ਕ੍ਰੋਧੀ ਪ੍ਰਚੰਡ ਪ੍ਰਚੰਡ ਭੋਲਾ, ਬੜੇ ਤਕੜੇ ਗੁੱਸੇ ਵਾਲਾ ਹੈ ਸੀ। ਸਤਰੂਣ ਕਾਲ ਬੈਰੀਆਂ ਨਾਲ ਤਾਂ ਕਾਲੀ ਸੀ। ਕਾਢੀ ਕਰਵਾਲ ਮਾਰਨ ਵਾਸਤੇ ਹਮੇਸ਼ਾ ਮਿਆਨ ਚੌਧਰੀ ਤਲਵਾਰ ਬਾਹਰੀ ਕੱਢੀ ਰੱਖਦਾ ਸੀ, ਨੰਗੀ ਰੱਖਦਾ ਸੀ ਤਲਵਾਰ। ਸਮ ਤੇਜ ਭਾਨ ਹਾਂ, ਸੂਰਜ ਦੇ ਸਮਾਨ ਇਹਦਾ ਤੇਜ ਪ੍ਰਤਾਪ ਹੈ ਸੀ। ਜਵਾਲਾ ਸਮਾਨ ਜਿਵੇਂ ਅੱਗ ਹੁੰਦੀ ਹੈ ਉਹਦੇ ਸਮਾਨ ਹੈ ਸੀ ਇਹ ਬੜਾ ਪ੍ਰਤਾਪ ਵਾਲਾ। ਜਬ ਜੁਰਤ ਜੰਗ ਜਦੋਂ ਕਿਤੇ ਜੁਝਾਤੀ ਰਾਜਾ ਜੰਗ ਵਿੱਚ ਜੁੜ ਜਾਂਦਾ, ਜਾਨੀ ਜੰਗ ਕਰਨ ਲੱਗ ਜਾਂਦਾ, ਨਹਿ ਮੁਰਤ ਅੰਗ ਫਿਰ ਆਪਣੇ ਅੰਗ ਕੀ ਇਹ ਸਰੀਰ ਨੂੰ ਇਹ ਪਿੱਛੇ ਨਹੀਂ ਮੋੜਦਾ ਸੀ, ਜਾਨੀ ਪਿੱਠ ਨਹੀਂ ਕਰਦਾ ਸੀ, ਭੱਜਦਾ ਨਹੀਂ ਸੀ ਭਗੌੜਾ ਹੋ ਕੇ। ਅਰ ਭਜਤ ਨੇਕ ਜਦੋਂ ਮੈਦਾਨੇ ਜੰਗ ਵਿੱਚ ਆ ਜਾਂਦਾ, ਅਨੇਕਾਂ ਜਿਹੜੀ ਪੈਰੀ ਇਹਦੇ ਅੱਗੇ ਭੱਜ ਤੁਰਦੇ ਸਨ। ਨਹਿ ਟਿਕਤ ਏਕ ਬਹੁਤੇ ਤਾਂ ਕੀ ਇੱਕ ਵੀ ਇਹਦੇ ਅੱਗੇ ਨਹੀਂ ਟਿਕਦਾ ਸੀ, ਖੜਦਾ ਸੀ। ਥਰ ਹਰਤ ਭਾਨ ਇਹਦੀ ਮਹਾਨਤਾ ਨੂੰ ਵੇਖ ਕੇ, ਪ੍ਰਤਾਪ ਨੂੰ ਦੇਖ ਕੇ ਤਾਂ ਸੂਰਜ ਵੀ ਕਹਿੰਦੇ ਥਰ ਥਰ ਕੰਬਦਾ ਸੀ। ਕੰਪਤ ਦਿਸਾਨ ਹੋਰ ਜਿਹੜੇ ਦਸੋ ਦਿਸ਼ਾ ਦੇ ਦਿਗਪਾਲ ਹੈ ਉਹ ਵੀ ਕੰਬਦੇ ਸਨ, ਜਾਂ ਦਿਸ਼ਾਵਾਂ ਵੀ ਕੰਬਦੀਆਂ ਸੀ। ਮੰਡਤ ਮਵਾਸ ਇਸ ਤਰ੍ਹਾਂ ਇਹ ਕਹਿੰਦੇ ਮੰਡਤ ਮਵਾਸ, ਜਿਹੜੇ ਕੋਈ ਆਕੀ ਲੋਕ ਉਹਨਾਂ ਨਾਲ ਜੰਗ ਮੰਡਦਾ ਸੀ, ਆਖੀਆਂ ਨਾਲ ਜੰਗ ਕਰਦਾ ਰਹਿੰਦਾ ਸੀ। ਭਜਤ ਉਦਾਸ ਜਿਹੜੇ ਕੋਈ ਆਕੀ ਲੋਕ ਜਿਹੜੇ ਇਹਦੇ ਨਾਲ ਜੰਗ ਮੰਡਦੇ ਸੀ, ਜੰਗ ਸ਼ੁਰੂ ਸੀ ਕਰਦੇ ਸੀ, ਜਦੋਂ ਫਿਰ ਦੇਖ ਫੜ ਲੈਂਦਾ ਸੀ ਤੇ ਬੈਰੀ ਜਿਹੜੇ ਆਕੀ ਉਹਦਾ ਪ੍ਰਾਮ ਹੋ ਕੇ ਭਜ ਤੁਰਦੇ ਸਨ। ਥਰ ਹਰਤ ਵੀਰ ਬੜੇ ਬੜੇ ਸੂਰਬੀਰ ਵੀ ਥਰ ਹਰਤ ਕੀਏ ਕੰਬਣ ਲੱਗ ਪੈਂਦੇ ਸਨ। ਭਰਤ ਭੀਰ ਜਿਹੜੇ ਭੀਰ ਕਹਿ ਡਰਪੋਕ ਹੈ, ਉਹ ਤਾਂ ਵਿਚਾਰੇ ਭਰਤ ਕੀਏ ਪੜ ਕਰਨ ਲੱਗ ਜਾਂਦੇ ਸਨ। ਉਹ ਵੀ ਹਾਲ ਦੁਹਾਈ ਮਚਾਉਣ ਲੱਗ ਪੈਂਦੇ ਵੀ ਇਹਨੇ ਨਹੀਂ ਛੱਡਣਾ, ਮਾਰ ਦਊਗਾ। ਤੰਤ ਜਤ ਦੇਸ਼ ਹੈ ਉਹ ਕਹਿ ਲੋਕ ਤਾਂ ਆਪਣਾ ਜਿੱਥੇ ਰਹਾਸ਼ਾ ਇਲਾਕਾ ਨੂੰ ਵੀ ਕਹਿੰਦੇ ਛੱਡ ਜਾਂਦੇ ਸਨ। ਨਿਰਪ ਮਨ ਨਰੇਸ਼ ਇਸ ਤਰ੍ਹਾਂ ਜਿਹੜਾ ਇਹ ਜਾਤੀ ਰਾਜਾ, ਇਹਨੂੰ ਸਾਰੇ ਰਾਜੇ ਆਪਣਾ ਮਨ ਕੀ ਸ਼੍ਰੋਮਣੀ ਮੰਨਦੇ ਸਨ, ਜਾਂ ਸ਼੍ਰੋਮਣੀ ਰਾਜਾ ਸੀ ਇਹ ਰਾਜਾ। ਚੰਚਕਿਤ ਚੰਦ ਚੰਦਰਮਾ ਵੀ ਇਹਦੇ ਸੁੰਦਰਤਾ ਨੂੰ ਦੇਖ ਕੇ ਚਕਰਤ ਹੁੰਦਾ ਸੀ। ਧੰਦ ਕਿਤ ਇੰਦ ਭਗਤ ਇੰਦ, ਇਸੇ ਤਰ੍ਹਾਂ ਜਿਹੜਾ ਇੰਦਰ ਦੇਵਤਾ ਹੈ ਉਹਦਾ ਵੀ ਕਿਲੇ ਜਾ ਉਹ ਤਰ ਕਰਕੇ ਧੜਕਣ ਲੱਗ ਪੈਂਦਾ ਸੀ। ਫਨ ਗਨ ਫਟੰਤ ਹੋਰ ਤਾਂ ਹੋਰ ਕੀ ਹੈ, ਜਿਹੜੇ ਸ਼ੇਖ ਰਾਗ ਦੇ ਸਮੂਹ ਫਣਦੇ ਹੈ, ਉਹ ਫਣਾਂ ਨੂੰ ਫਟਕਾਰਨ ਲੱਗ ਜਾਂਦਾ ਸੀ, ਫਟਕਾ ਕੇ ਧਰਤੀ ਤੇ ਮਾਰਨ ਲੱਗ ਜਾਂਦਾ ਸੀ। ਭੂ ਧਰ ਭਜੰਤ ਇਹਦਾ ਤੇਜ ਪ੍ਰਤਾਪ ਦੇਖ ਕੇ ਜਿਹੜੇ ਭੂ ਸਾਰਾ ਧਰਤੀ ਨੂੰ ਧਾਰਨ ਵਾਲੇ ਹਨ, ਕੌਣ ਦਿਗਪਾਲ ਹੈ,
ਇਹ ਵੀ ਭਜੰਤ ਕੀ ਡਾਵਾਂ ਡੋਲ ਹੋ ਜਾਂਦੇ, ਡੋਲੇ ਖਾਣ ਲੱਗ ਪੈਂਦੇ ਸੀ ਦਿਗਪਾਲ। ਸੰਜਤ ਛੰਦ ਸਭ ਜਸ ਠੌਰ ਠੌਰ ਸਭੋ ਸੁਨਿਓ। ਸੰਜਤਾ ਛੰਦ ਤੇ ਕਿਤ ਤੇਰੇ ਕੰਨਾ ਨਹੀਂ ਲੱਗਾ, ਇਹ ਤਾਂ ਸੰਜਤ ਕਹਿੰਦਾ, ਸੰਜਤਾ ਛੰਦ ਜਸ ਠੌਰ ਠੌਰ ਸਭੋ ਸੁਨਿਓ। ਸਾਰਿਆਂ ਨੇ ਥਾਂ ਥਾਂ ਜਗ੍ਹਾ ਜਗ੍ਹਾ ਇਹ ਜੁਜਾਤੀ ਰਾਜੇ ਦਾ ਜਸ ਸੁਣਿਆ। ਅਰ ਬ੍ਰਿੰਦ ਸੀਸ ਸਭੋ ਧੁਨਿਓ। ਜਿੰਨੇ ਸਾਰੀ ਬੈਰੀ ਸੀ ਉਹਨਾਂ ਨੇ ਜਸ ਸੁਣ ਕੇ ਬੜਾ ਸਿਰ ਧਨਾਇਆ, ਸਿਰ ਹਿਲਾਉਂਦੇ ਇਹ ਵੀ ਐਡਾ ਮਹਾਨ ਹੋ ਗਿਆ ਹੈ। ਜਗ ਜਗ ਸਾਜ ਭਲੇ ਕਰੇ। ਹਾਂ, ਸੰਸਾਰ ਦੇ ਵਿੱਚ ਜਿਹੜੇ ਜਗ ਵਗੈਰਾ ਹੈ ਉਹ ਸਜਾ ਕੇ ਜਾਂ ਸਾਜ਼-ਬਾਜ਼ ਇਕੱਠਾ ਕਰਕੇ ਚੰਗੀ ਤਰ੍ਹਾਂ ਇਹ ਜੁਜਾਤੀ ਰਾਜੇ ਨੇ ਕੀਤੇ ਹਨ। ਦੁਖ ਪੁੰਜ ਦੀਨਨ ਕੇ ਹਰੇ। ਬਹੁਤੇ ਜਿਹੜੇ ਦੁੱਖ ਹੈ ਉਹ ਗਰੀਬਾਂ ਦੇ ਇਸ ਜੁਜਾਤੀ ਰਾਜੇ ਨੇ ਨਾਸ ਕੀਤੇ। ਤੇ ਇਸ ਤਰ੍ਹਾਂ ਦਾ ਵੀ ਪ੍ਰਸੰਗ ਜੁਜਾਤੀ ਰਾਜੇ ਦਾ ਕੁਝ ਆਉਂਦਾ ਹੈ। ਜਿਹੜੀ ਹੈ ਸ਼ੁਕਰਾਚਾਰਿਆ ਦੈਂਤਾਂ ਦਾ ਗੁਰੂ ਜੋ ਪਰ ਰਾਜੇ ਦਾ ਪੁਰੋਹਿਤ ਤੇ ਵਜ਼ੀਰ ਵੀ ਸੀ। ਇਹ ਜਿਹੜਾ ਸ਼ੁਕਰਾਚਾਰਿਆ ਦੀ ਲੜਕੀ ਜਿਹਦਾ ਨਾਮ ਸੀ ਦੇਵਜਾਨੀ, ਇਹ ਜੁਜਾਤੀ ਨੇ ਵਿਆਹੀ ਸੀ। ਇੱਕ ਦੇਵਜਾਨੀ ਦੇ ਨਾਲ ਹੀ ਆਪਣੀ ਪੁੱਤਰੀ ਦੇ ਨਾਲ ਸੇਵਾ ਕਰਨ ਵਾਸਤੇ ਦਾਸੀ ਦਿੱਤੀ ਸੀ ਇਹ ਸ਼ੁਕਰਾਚਾਰਜ ਨੇ, ਜਿਹਦਾ ਨਾਮ ਸੀ ਸਰਮਿਸ਼ਠਾ। ਉਹ ਕਹਿੰਦੇ ਉਹ ਦੇ ਕੇ ਤੇ ਨਾਲ ਸ਼ੁਕਰ ਨੇ ਇਹਨੂੰ ਜੁਜਾਤੀ ਰਾਜੇ ਨੂੰ ਕਿਹਾ ਸੀ ਵੀ ਇਹ ਜਿਹੜੀ ਨਾਲ ਦਾਸੀ ਦਿੱਤੀ ਇਹਦੇ ਨਾਲ ਨਹੀਂ ਤੂੰ ਕੋਈ ਮਾੜਾ ਸੰਬੰਧ ਕਰਨਾ ਹੈ। ਉਹ ਇਸ ਤਰ੍ਹਾਂ ਕਹਿੰਦੇ ਜਦੋਂ ਭੇਜ ਦਿੱਤੀ ਹੈ, ਫਿਰ ਇਹ ਜਿਹੜਾ ਜੁਜਾਤੀ ਰਾਜਾ ਹੈ ਇਹਦੇ ਸੰਤਾਨ ਹੋਈ ਅੱਗੇ। ਇਹ ਜਿਹੜੀ ਦਾਸੀ ਹੈ ਉਹਨੇ ਜਦੋਂ ਉਹ ਮਾਸਕ ਜਿਹਾ ਆਇਆ ਹੈ, ਰਿਤੂ ਜਿਹਾ ਆਇਆ ਹੈ, ਇਹ ਆਪਣੇ ਪੁੱਤਰ ਦੀ ਇੱਛਾ ਰੱਖ ਕੇ ਇਹ ਤੋਂ ਮੰਗ ਕੀਤੀ। ਇਹਦੀ ਇੱਛਾ ਅਨੁਸਾਰ ਫਿਰ ਕਹਿੰਦੇ ਇਹਨੇ ਸੰਬੰਧ ਦਾਸੀ ਨਾਲ ਵੀ ਕਰ ਲਿਆ ਸੀ। ਜਦੋਂ ਸ਼ੁਕਰ ਨੂੰ ਪਤਾ ਲੱਗਿਆ ਵੀ ਜੋ ਮੈਨੂੰ ਕਿਹਾ ਸੀ ਉਹਦੇ ਤੇ ਪੂਰਾ ਨਹੀਂ ਉਤਰਿਆ ਹੈ, ਤੇ ਉਹਨੇ ਕਹਿੰਦੇ ਸ਼ਰਾਪ ਦੇ ਦਿੱਤਾ ਵੀ ਚੰਗਾ ਵੀ ਜੁਜਾਤੀ ਰਾਜੇ ਤੂੰ ਜਵਾਨ ਹੁੰਦਾ ਹੋਇਆ ਬੁੱਢਾ ਹੋ ਜਾ, ਬਿਰਧ ਹੋ ਜਾ। ਇਉਂ ਕਹਿੰਦੇ ਸ਼ੁਕਰ ਦੇ ਕਹਿਣ ਕਰਕੇ ਫਿਰ ਜੁਜਾਤੀ ਰਾਜਾ ਇਹ ਬੁੱਢਾ ਹੋ ਗਿਆ ਸੀ, ਕੁਝ ਕਰਨ ਜੋਗਾ ਨਹੀਂ ਰਿਹਾ ਸੀ। ਫਿਰ ਇਸੇ ਤਰ੍ਹਾਂ ਇਹਨੇ ਸ਼ੁਕਰ ਨੂੰ ਜਾ ਕੇ ਕਿਹਾ ਵੀ ਮੇਰੀ ਗਲਤੀ ਨਹੀਂ ਹੈ, ਇਹ ਤਾਂ ਤੇਰੀ ਜਿਹੜੀ ਦਿੱਤੀ ਹੋਈ ਦਾਸੀ ਹੈ ਉਹਨੇ ਇੱਛਾ ਕੀਤੀ ਸੀ ਮੇਰੇ ਘਰੇ ਸੰਤਾਨ ਚਾਹੀਦੀ ਹੈ, ਉਹਦੀ ਇੱਛਾ ਕਰਕੇ ਮੈਂ ਇਹ ਕੁਝ ਕਰਾਇਆ, ਮੇਰਾ ਕੋਈ ਕਸੂਰ ਨਹੀਂ ਹੈ। ਕਹਿੰਦੇ ਫੇਰ ਸ਼ੁਕਰ ਨੇ ਕਿਹਾ ਵੀ ਹਾਂ ਤੇਰਾ ਕੋਈ ਪੁੱਤਰ ਤੇਰੀ ਬਿਰਧ ਅਵਸਥਾ ਲੈ ਲੈ। ਕਹਿੰਦੇ ਉਹ ਤੇ ਜਿਹੜਾ ਲੈ ਲੂਗਾ ਉਹ ਬੁੱਢਾ ਹੋ ਜੂ, ਤੂੰ ਨੌਜਵਾਨ ਹੋ ਜਾਏਗਾ। ਇਹੋ ਜਿਹੇ ਪ੍ਰਸੰਗ ਹੈ। ਇਸੇ ਤਰ੍ਹਾਂ ਇਹ 5 ਪੁੱਤਰ ਸੀ ਇਹਦੇ, ਜਿਨ੍ਹਾਂ ਦੇ ਵਿੱਚ ਇੱਕ ਪੁਰੂ ਵੀ ਪੁੱਤਰ ਸੀ ਇਹਦਾ, ਬਾਕੀ ਤਾਂ ਜਵਾਨ ਦੇ। ਕਹਿੰਦੇ ਵੀ ਅਸੀਂ ਤੇਰੇ ਤਾਂ ਬੁੱਢੇ ਕਿਉਂ ਬਣੀਏ, ਜਵਾਨੀ ਕਿਹੜਾ ਨਹੀਂ ਚਾਹੁੰਦਾ, ਬੁੱਢਪਣਾ ਕਿਹੜਾ ਚਾਹੁੰਦਾ ਹੈ। ਅਖੀਰੀ ਜਿਹੜਾ ਇਹ ਪੁਰੂ ਪੁੱਤਰ ਸੀ ਉਹ ਨੇ ਕਹਿਤਾ ਵੀ ਚੰਗਾ ਪਿਓ ਮੈਂ ਬੁੱਢਾ ਹੋ ਜਾ, ਤੂੰ ਜਵਾਨ ਹੋ ਜਾ, ਤੂੰ ਮੇਰੀ ਜਵਾਨੀ ਲੈ ਲਾ, ਮੈਨੂੰ ਬੁੱਢਪਣਾ ਦੇ ਦੇ। ਜਦੋਂ ਚਿੜੀ ਕਹਿੰਦੇ ਉਹ ਪੁਰੂ ਫਿਰ ਬਜ਼ੁਰਗ ਹੋ ਗਿਆ
ये जुजाती ने नौजवान हो गया। इस 1000 बरा इसने राज भाग किया ते सुख भोगे। अखीरी फिर ये पुरु अपने पुत्र नूं राज भाग दे के ते शरीर छड़ के चला गया। इस तरह के प्रसंग जुजाची राजे के संबंध विच पुराणा विच लिखे हुए हैं। इत जुजात राजा काल बस होत भये। इते होया जिहड़ा प्रसंग जिवें जुजाता राजा जी काल दे बस मोह दे अधीन होया, वो प्रसंग इति होया समाप्त हो गया है। अथ बेन राजे को राज कथन। हुण जिवें दुनिया दे विच बेन राजा होया, ਉਹਦਾ ਜਿਵੇਂ ਰਾਜ ਭਾਗ ਹੋਇਆ, ਉਹਦੇ ਰਾਜ ਭਾਗ ਦਾ ਕਥਨ ਕਰਦੇ ਹਾਂ ਜੀ। ਸੰਜਤਾ ਛੰਦ ਪੁਨ ਬੇਨ ਰਾਜ ਮਹੇਸ਼ ਭਇਓ। ਪੁਨः ਜਿਹੜਾ ਬੇਣੂ ਰਾਜ ਬੇਣ ਰਾਜ ਹੈ, ਉਹ ਮਹੇਸ਼ ਧਰਤੀ ਦਾ ਰਾਜਾ, ਇਹ ਬੇਣੂ ਰਾਜਾ ਹੋਇਆ। ਇਹ ਅੰਗ ਰਾਜੇ ਦਾ ਪੁੱਤਰ ਸੀ। ਇਸ ਤਰ੍ਹਾਂ ਕਹਿੰਦੇ ਪੁਨः ਅੰਗ ਰਾਜੇ ਦਾ ਜਿਹੜਾ ਪੁੱਤਰ ਬੇਣੂ ਹੈ, ਇਹ ਧਰਤੀ ਦਾ ਰਾਜਾ ਹੋਇਆ। ਨਿਜ ਡੰਡ ਕਾਹੂ ਤੇ ਨਾ ਲਿਓ। ਜਦੋਂ ਇਹ ਗੱਦੀ ਤੇ ਬੈਠਾ, ਆਪਣੇ ਵੱਲੋਂ ਕਿਸੇ ਤੋਂ ਵੀ ਇਹਨੇ ਕੋਈ ਡੰਡ ਨਹੀਂ ਲਿਆ, ਕੋਈ ਟੈਕਸ ਨਹੀਂ ਲਿਆ। ਸਭ ਨੂੰ ਜਿਹੜਾ ਕੋਈ ਕਰ ਕੁਰ ਦਿੰਦੇ ਸੀ ਮਾਫ ਹੀ ਕਰ ਦਿੱਤਾ, ਵੀ ਆਪਣਾ ਬਣਵਾਓ, ਆਪੇ ਹੀ ਛਕੋ ਛਕਾਓ, ਮੈਨੂੰ ਕੋਈ ਲੋੜ ਨਹੀਂ। ਹੁਣ ਪੁਰਾਣਾ ਵਿੱਚ ਇਹਦਾ ਪ੍ਰਸੰਗ ਐਸੇ ਵੀ ਸਾਰਿਆਂ ਤੋਂ ਵੱਡਾ ਧਰਮੀ ਸੀ, ਬਹੁਤਾ ਮਾੜਾ ਸੀ ਇਹ। ਇਹਨੇ ਆਪਣੇ ਰਾਜ ਭਾਗ ਵਿੱਚ ਸਾਰਿਆਂ ਨੂੰ ਕਹਿ ਦਿੱਤਾ ਸੀ, ਕੋਈ ਜਗ ਨਹੀਂ ਕਰਨਾ, ਕੋਈ ਕਿਸੇ ਦੀ ਪੂਜਾ ਨਹੀਂ ਕਰਨੀ ਹੈ, ਮੈਨੂੰ ਮੰਨਣਾ ਪੂਜਾ ਮੈਂ ਹੀ ਹੈ ਸਭ ਕੁਛ। ਇਹ ਰਿਸ਼ੀਆਂ ਨੇ ਇਹਨੂੰ ਸਮਝਾਇਆ ਬੁਝਾਇਆ ਸੀ ਵੀ ਇਹ ਜਿਹੜੀ ਸਨਾਤਨ ਰੀਤੀ ਚੱਲ ਰਹੀ ਹੈ, ਇਹਦੇ ਵਿੱਚੋਂ ਵਿਘਨਕਾਰੀ ਨਾ ਹੋ। ਸਾਰੇ ਦੋ ਲੋਕ ਆਪੋ ਆਪਣੇ ਇੱਛਾ ਅਨੁਸਾਰ ਸਭ ਨੂੰ ਪੂਜਦੇ ਮੰਨਦੇ ਹੈ, ਪਰ ਇਹ ਨਹੀਂ ਮੰਨਿਆ ਸੀ। ਜਦੋਂ ਇਹ ਨਾ ਮੰਨਿਆ, ਫਿਰ ਉਹ ਰਿਖੀ ਔਖੇ ਹੋ ਗਏ, ਗੁੱਸੇ ਹੋ ਗਏ ਸੀ ਇਸ ਬੇਣੂ ਰਾਜੇ ਤੇ। ਫਿਰ ਮੰਤਰਾਂ ਦੇ ਬਲ ਨਾਲ ਕਹਿੰਦੇ, ਫਿਰ ਉਹਨਾਂ ਨੇ ਆ ਜਿਹੜੀ ਦੱਬ ਜੀ ਹੁੰਦੀ ਤੇ ਤੀਲੇ ਜੇ ਚਲਾਏ ਇਹਦੇ ਬਲ, ਉਹਨਾਂ ਨਾਲ ਹੀ ਇਹਨੂੰ ਫਿਰ ਮਾਰ ਮੂਰ ਦਿੱਤਾ ਸੀ। ਇਸ ਤਰ੍ਹਾਂ ਇੱਥੇ ਯਾਨੀ ਇਹਦੀ ਮੌਤ ਰਿਖੀਆਂ ਦੇ ਮੰਤਰਾਂ ਦੇ ਬਲ ਤੀਲਿਆਂ ਨਾਲ ਹੋਈ ਸੀ। ਇਹ ਲਿਖਿਆ ਵੀ ਇਹ ਬੜਾ ਭਾਰੀ ਸੀ। ਆਪਣੇ ਵੱਲੋਂ ਇਹਨੇ ਕਿਸੇ ਤੋਂ ਕੋਈ ਦੰਡ ਨਹੀਂ ਲਿਆ, ਟੈਕਸ ਨਹੀਂ ਲਿਆ ਸੀ। ਜੀ ਭਾਂਤ ਭਾਂਤ ਸੁਖੀ ਨਰਾ। ਜਿੰਨੇ ਕਹਿੰਦੇ ਤਰ੍ਹਾਂ ਤਰ੍ਹਾਂ ਦੇ ਜੀਵ ਜੰਤ, ਉਹ ਸਾਰੇ ਪੁਰਸ਼ ਜਿਹੜੇ ਆਪਣੇ ਜੀਵ ਵਿੱਚ ਦਿਲ ਵਿੱਚ ਸਭ ਤਰ੍ਹਾਂ ਕਰਕੇ ਸੁਖੀ ਬਸਦੇ। ਅਤ ਗਰਭ ਸਭ ਛੁੱਟ ਉਰ ਧਰਾ। ਇਸੇ ਤਰ੍ਹਾਂ ਸਾਰਿਆਂ ਜਿਹੜਾ ਕੋਈ ਹਿਰਦੇ ਵਿੱਚ ਗਰਭ ਹੈ ਉਹ ਛੁੱਟ ਗਿਆ ਹੈ। ਇਸ ਤਰ੍ਹਾਂ ਐਸਾ ਇਸਨੇ ਹਿਰਦੇ ਵਿੱਚ ਧਾਰਿਆ, ਇਹਦਾ ਸਾਰਾ ਹਿਰਦੇ ਵਿੱਚੋਂ ਹੰਕਾਰ ਛੁੱਟ ਗਿਆ, ਚਲਿਆ ਗਿਆ ਹੈ। ਹੰਕਾਰ ਦੂਰ ਹੋ ਗਿਆ, ਹਿਰਦੇ ਵਿੱਚ ਇਸਨੇ ਧਾਰਨ ਕੀਤਾ ਸੋ ਗੁਣਾਂ ਨੂੰ। ਜੀ ਭਾਂਤ ਭਾਂਤ ਬਸੇ ਸੁਖੀ। ਜਿੰਨੇ ਜੀਵ ਜੰਤ ਸਾਰੇ ਤਰ੍ਹਾਂ ਤਰ੍ਹਾਂ ਕਰਕੇ ਸੁਖੀ ਬਸਦੇ। ਤਰ ਦਿਸ਼ਟ ਆਵਤ ਨਾ ਦੁਖੀ। ਕੋਈ ਵੀ ਨਿਗਾਹ ਦੇ ਤੇਰੇ ਤਲੇ ਹੇਠ ਦੁਖੀ ਨਹੀਂ ਆ ਰਿਹਾ, ਕੋਈ ਦੁਖੀ ਨਹੀਂ ਦਿਸ ਰਿਹਾ ਹੈ। ਸਭ ਠੌਰ ਠੌਰ ਪ੍ਰਿਥੀ ਬਸੀ। ਸਾਰੇ ਜਗ੍ਹਾ ਜਗ੍ਹਾ ਜਿਹੜੀ ਧਰਤੀ ਹੈ ਉਹ ਸੁਖੀ ਬਸ ਰਹੀ, ਭਾਵ ਸਾਰੇ ਦੂਰ ਥਾਂ ਥਾਂ ਤੇ ਬਸ ਰਹੇ ਹੈ ਸੁਖਮਾਲ। ਜਨ ਭੂਮ ਰਾਜ ਸਿਰੀ ਲਸੀ। ਜਾਣੀ ਧਰਤੀ ਦਾ ਰਾਜਾ ਹੈ,
बड़ा श्रोमणी हो के जा श्री लक्ष्मी ही सवाए मान हो रही है, प्रकाशवान हो रही है। ਇਹ ਭਾਂਤ ਰਾਜ ਕਮਾਇ ਕੈ ਇਸ ਤਰ੍ਹਾਂ ਦਾ ਇਹ ਰਾਜ ਭਾਗ ਕਰਕੇ ਸੁਖ ਦੇਸ਼ ਸਰਬ ਬਸਾਇ ਕੈ ਸਾਰੇ ਇਲਾਕੇ ਨੂੰ ਸਭ ਤਰ੍ਹਾਂ ਕਰਕੇ ਸੁਖ ਸਹਿਤ ਬਸਾ ਕੇ ਬਹੁ ਦੋਖ ਦੀਨਨ ਕੇ ਦਹੇ ਬਹੁਤੇ ਜਿਹੜੇ ਦੁੱਖ ਔਗਣ ਹੈ ਉਹ ਗਰੀਬਾਂ ਦੇ ਨੇ ਦਗਦ ਕੀਤੇ ਹਨ। ਸੁਨ ਥਕਤ ਦੇਵ ਸਮਾਸਤ ਪਏ ਇਹਦੇ ਗੁਰਾਂ ਨੂੰ ਸੁਣ ਕੇ ਸਾਰੇ ਦੇਵਤੇ ਥਕਤ ਹੋ ਗਏ, ਚਰਜ ਹੋ ਗਏ ਹਨ। ਬਹੁ ਰਾਜ ਸਾਜ ਕਮਾਇ ਕੈ ਬਹੁਤਾ ਸਮਾ ਰਾਜ ਦਾ ਸਾਜ ਭਾਗ ਕਮਾ ਕੇ ਕਰਕੇ ਸਾਜੋ ਸਮਾਨ ਸਹਿਤ ਬਹੁਤਾ ਰਾਜ ਕਮਾ ਕੇ ਸਿਰ ਅਤਰ ਪਤਰ ਫਿਰਾਇ ਕੈ ਸਿਰ ਤੇ ਸ਼ੌਰ ਛਤਰ ਫਿਰਾ ਕੇ ਪੁਨ ਜੋਤ ਬਿਖੈ ਮਿਲੀ ਫਿਰ ਪਰਮਾਤਮ ਜੋਤ ਵਿੱਚ ਇਹਦੀ ਪਰਤਕ ਜੋਤ ਮਿਲ ਗਈ ਹੈ। ਅਰਸ਼ੇਨ ਬੇਨ ਮਹਾਬਲੀ ਉਹ ਜਿਹੜਾ ਬੇਨ ਰਾਜਾ ਬੜਾ ਬਲਈ ਸੀ ਉਹ ਅਰਸ਼ੇਨ ਕੀ ਸਮਾ ਗਿਆ ਹੈ। ਅਬਕਾਰ ਭੂਪ ਜਿਤੇ ਭਏ ਜਿੰਨੇ ਬਕਾਰਾਂ ਤੋਂ ਰਹਿਤ ਕੋਈ ਧਰਤੀ ਤੇ ਹੋਏ ਰਾਜੇ ਕਰ ਰਾਜ ਅੰਤ ਸਮੈ ਗਏ ਜਦੋਂ ਸਮਾਂ ਆਇਆ ਅਖੀਰ ਨੂੰ ਰਾਜ ਭਾਗ ਕਰਕੇ ਤੋਂ ਚਲੇ ਗਏ। ਕਬ ਕੌਣ ਨਾਮ ਤਿਨੈ ਗਨੈ ਕਿਹੜਾ ਕੌਣ ਕੋਈ ਕਵੀ ਹੈ ਜਿਹੜਾ ਉਹਨਾਂ ਦੇ ਨਾਮਾਂ ਨੂੰ ਗਿਣ ਸਕਦਾ ਹੈ। ਸੰਕੇਤ ਕਾਹੇ ਇਤੇ ਭਨੈ ਇਸ ਤਰ੍ਹਾਂ ਇਹ ਸੰਕੇਤ ਕੀ ਸ਼ੰਕਾ ਉੱਠਦੀ ਹੈ ਸਭ ਨੂੰ ਵੀ ਇਹਨੇ ਨਾਮਾਂ ਨੂੰ ਕਿਹੜਾ ਕੋਈ ਕਹੂਗਾ, ਇਹ ਤਾਂ ਕਹੇ ਨਹੀਂ ਜਾਣਿਆ। ਇਸ ਕਰਕੇ ਸ਼ੰਕਾ ਉੱਠਦੀ ਹੈ, ਸਭ ਦਾ ਮਨ ਸ਼ੰਕਾ ਸਹਿਤ ਹੁੰਦਾ ਵੀ ਕਹਿ ਨਹੀਂ ਹੁਣ, ਇਸ ਕਰਕੇ ਨਾ ਹੀ ਆਖੋ। ਇਤ ਬੇਨ ਰਾਜਾ ਮ੍ਰਿਤ ਬਸ ਹੋਤ ਪਏ ਜਿਹੜਾ ਬੇਨ ਰਾਜਾ ਸੀ ਜਿਵੇਂ ਮੌਤ ਦੇ ਬਸ ਹੋਇਆ ਉਹ ਪ੍ਰਸੰਗ ਇੱਥੇ ਇਤੀ ਹੋਇਆ, ਸਮਾਪਤ ਹੋ ਗਿਆ ਹੈ। ਅਥ ਮਾਨ ਧਾਤਾ ਕੋ ਰਾਜ ਕਥਨੰ ਹਾਂ ਹੁਣ ਜਿਵੇਂ ਮਾਨ ਧਾਤਾ ਹੋਇਆ ਉਹਦਾ ਜਿਵੇਂ ਰਾਜ ਭਾਗ ਦੁਨੀਆ ਵਿੱਚ ਹੋਇਆ ਉਹ ਪ੍ਰਸੰਗ ਕਥਨ ਕਰਦੇ ਹਾਂ। ਦੋਦਕ ਛੰਦ ਜੇਤਕ ਭੂਪ ਭਏ ਅਵਨੀ ਪਰ ਮਹਾਰਾਜ ਕਹਿੰਦੇ ਹੈ ਖਾਲਸਾ ਜੀ ਜਿੰਨੇ ਕੁ ਧਰਤੀ ਉਪਰੇ ਰਾਜੇ ਹੋਏ ਹਨ ਨਾਮ ਸਕੈ ਤਿਨ ਕੇ ਕਵ ਕੋ ਧਰ ਕਿਹੜਾ ਕੋਈ ਕਵੀ ਹੈ ਜਿਹੜਾ ਇਹਨਾਂ ਦੇ ਨਾਮਾਂ ਨੂੰ ਐਨ ਖੋਲ ਕੇ ਰੱਖ ਸਕਦਾ, ਵਰਣਨ ਕਰ ਸਕਦਾ ਹੈ। ਨਾਮ ਜਥਾਮਤ ਭਾਖ ਸੁਨਾਉ ਹਾਂ ਮੈਂ ਤਾਂ ਜਿਸ ਤਰ੍ਹਾਂ ਮੇਰੇ ਵਿੱਚ ਅਕਲ ਮਤ ਹੈ ਉਹ ਇਹਨਾਂ ਰਾਜਿਆਂ ਦੇ ਨਾਮ ਕਹਿ ਕੇ ਸੁਣਾਨਾ। ਚਿਤ ਤਉ ਆਪਣੇ ਡਰ ਪਾਉ ਤਾਂ ਵੀ ਆਪਣੇ ਚਿੱਤ ਕੋਈ ਡਰ ਪੈ ਜਾ ਪਾਉਂਦਾ ਹਾਂ ਰੱਖਦਾ। ਬੀਨ ਗਏ ਜਗ ਤੇ ਨਿਰਪਤਾ ਕਰ ਮਹਾਰਾਜ ਕਹਿੰਦੇ ਜਦੋਂ ਇਹ ਬੇਣੂ ਰਾਜਾ ਜੀ ਸੰਸਾਰ ਤੇ ਨਿਰਪਤਾ ਕੀਏ ਹਕੂਮਤ ਕਰਕੇ ਰਾਜ ਭਾਗ ਕਰਕੇ ਚਲੇ ਗਏ। ਮਾਨਿ ਧਾਤ ਭਏ ਬਸੁਦਾ ਧਰ ਇਹ ਵਸਦਾ ਧਰਤੀ ਨੂੰ ਧਾਰਨ ਵਾਲੇ ਧਰਤੀ ਦੇ ਆਸਰਾ ਰੂਪ ਮਾਨੈ ਧਾਤ ਪਏ ਇੱਥੇ ਜਈਏ ਨਾਲ ਮਾਨੈ ਧਾਤ ਹੈ ਇੱਥੇ ਕੀਤਾ ਹੋਇਆ ਮਾਨੈ ਧਾਤ ਪਾਠ ਸ਼ਬਦ ਹੈ। ਮਾਨੈ ਧਾਤ ਪਏ ਬਸਦਾ ਧਰ ਧਰਤੀ ਦੇ ਧਰ ਆਸਰਾ ਰੂਪ ਜੋ ਧਰਤੀ ਨੂੰ ਧਾਰਨ ਵਾਲੇ ਰੱਖਣ ਵਾਲੇ ਮਾਨੈ ਧਾਤ ਪਾਤਸ਼ਾਹ ਰਾਜਾ ਜੀ ਹੋ ਗਏ। ਇਹ ਜਵਨਾਸ਼ਵ ਦਾ ਰਾਜੇ ਦਾ ਪੁੱਤਰ ਹੈ ਸੀ ਮਾਨ ਧਾਤਾ ਜਵਨਾਸ਼ਵ। ਬਾਸਵ ਲੋਗ ਗਏ ਜਬ ਹੀ ਵਹਿ ਹਾਂ ਜਦੋਂ ਕਹਿੰਦੇ ਇੰਦਰ ਲੋਕ ਦੇ ਵਿੱਚ ਮਾਨ ਧਾਤਾ ਰਾਜਾ ਜੀ ਗਏ ਸਨ
ਉਠ ਗਇਓ ਅਰਦਾਸਨ ਬਾਸਵ ਤੇਹੇ। ਉਸ ਵੇਲੇ ਜਿਹੜਾ ਇੰਦਰ ਦੇਵਤਾ ਉਹਨੇ ਉੱਠ ਕੇ ਆਪਣਾ ਅੱਧਾ ਕਰ ਇਹਨੂੰ ਆਸਨ ਦਿੱਤਾ ਹੈ। ਅੱਧੇ ਇੱਕ ਗੱਦੀ ਤੇ ਅੱਧੇ ਤੇ ਆ ਬੈਠਾ, ਅੱਧਾ ਕਾਸੇ ਨੂੰ ਬੈਠਣ ਲਈ ਦੇ ਦਿੱਤਾ ਇੰਦਰ ਨੇ। ਰੋਸ ਭਰਿਓ ਤਬ ਮਾਨ ਮਹੀ ਧਰ। ਉਸ ਵੇਲੇ ਜਿਹੜਾ ਧਰਤੀ ਨੂੰ ਧਾਰਨ ਵਾਲਾ, ਧਰਤੀ ਦਾ ਰਾਜਾ ਇਹ ਮਾਂਧਾਤਾ ਹੈ। ਹੁਣ ਤਾਂ ਇਹਦਾ ਮਾਂਧਾਤਾ ਸ਼ੁੱਧ ਨਾਮ ਹੈ, ਮਾਨਧਾਤਾ ਵੀ ਆਉਂਦਾ। ਉਹ ਪੱਟਾ ਨੇ ਮਾਂਧਾਤਾ ਗੁਣ ਰਵੈ ਜਿਨ ਸ਼ਕਰ ਵੈ ਕਹਾਇਓ। ਉਹ ਇਹਦਾ ਜਿਹੜਾ ਉਤਪੰਨ ਹੋਣਾ ਹੈ ਉਹ ਚਰਿਤਰਾਂ ਦਾ, ਇਸ ਕਰਕੇ ਇਹਦਾ ਨਾਮ ਵੀ ਇਹ ਅਨੋਖਾ ਜਿਹਾ ਹੀ ਹੈ। ਉਹ ਕਹਿੰਦਾ ਜੀਵਨਾਸ਼ ਉਹਦੇ ਕੋਈ ਸੰਤਾਨ ਨਹੀਂ ਹੁੰਦੀ ਸੀ ਤੇ ਯਤਨ ਕੀਤੇ ਨਹੀਂ ਹੋਈ। ਫਿਰ ਕਹਿੰਦੇ ਰਿਸ਼ੀਆਂ ਨੇ ਇਹਨੂੰ ਬੰਦ ਕਰਕੇ ਆਇਆ ਕਰ। ਉੱਥੇ ਗੱਲ ਵਾਸਤੇ ਲਿਖਿਆ ਸਾਰੇ ਮਾਰੇ ਤੋਂ ਪੂਰਾ ਨਹੀਂ ਡਰਦੇ ਲੈਣਾ। ਵੈਸੇ ਮੱਥਾ ਟੇਕਦੇ, ਦੂਜੇ ਪਾਸੇ ਆਪਣੀਆਂ ਮਨਮਾਨੀਆਂ ਕਰਦੇ। ਇਹ ਇਸ ਤਰ੍ਹਾਂ ਕਹਿੰਦੇ ਜਦੋਂ ਇਹਦੇ ਸੰਤਾਨ ਨਾ ਹੋਈ ਰਿਸ਼ੀਆਂ ਨੇ ਫਿਰ ਕਹਿੰਦੇ ਇੱਕ ਪਵਿੱਤਰ ਪਾਣੀ ਦਾ ਘੜਾ ਉੱਚੀ ਜਗ੍ਹਾ ਰੱਖਿਆ। ਫਿਰ ਮੰਤਰਾਂ ਦੇ ਬਲ ਦੇ ਨਾਲ ਉਹਦੇ ਘੜੇ ਦੇ ਪਾਣੀ ਅੰਦਰ ਕਹਿੰਦੇ ਬੱਚਾ ਪੈਦਾ ਕਰਨ ਵਾਸਤੇ ਸ਼ਕਤੀ ਆ ਗਈ। ਇਹ ਜਿਹੜਾ ਇਹਦਾ ਜਬਨਾਸ਼ਵ ਇਹਦਾ ਮਾਂਧਾਤੇ ਦਾ ਪਿਓ ਸੀ, ਉਹਨੇ ਪਾਣੀ ਧਿਆਏ ਨੇ ਪੀ ਲਿਆ। ਉਹ ਪਾਣੀ ਪੀਣ ਕਰਕੇ ਇਹਦੇ ਕਹਿੰਦੇ ਗਰਭ ਠਹਿਰ ਗਿਆ, ਹਮਲ ਠਹਿਰ ਗਿਆ। ਇਹੋ ਜਿਹੇ ਪ੍ਰਸੰਗ ਪੁਰਾਣਾਂ ਵਿੱਚ ਹੈ। ਫਿਰ ਪੱਖੀ ਪਾੜ ਕੇ ਇਹਨੂੰ ਕਹਿੰਦੇ ਪੈਦਾ ਕੀਤਾ ਸੀ। ਫਿਰ ਸਾਰੇ ਰਿਸ਼ੀ ਇਕੱਠੇ ਹੋ ਕੇ ਪੰਡਤ ਹੋ ਕੇ ਕਹਿਣ ਲੱਗੇ ਵੀ ਹੁਣ ਕਿਹੜੀ ਮਾਂ ਇਹਨੂੰ ਦੁੱਧ ਚੰਗਾਊਗੀ, ਕਿਉਂਕਿ ਹੁਣ ਮਾਂ ਤਾਂ ਹੈ ਨਹੀਂ ਨਾ, ਇਹ ਤਾਂ ਪੱਖੀ ਚੋਂ ਪੈਦਾ ਹੋਇਆ ਜਮਨਾਸ਼ ਪਿਓ ਦੇ। ਫਿਰ ਇੰਦਰ ਦੇਵਤੇ ਨੇ ਆ ਕੇ ਕਿਹਾ ਵੀ ਨਹੀਂ, ਇਹਨੂੰ ਦੁੱਧ ਚੰਗਾਉਣ ਦੀ ਲੋੜ ਨਹੀਂ। ਕਹਿੰਦੇ ਮੈਂ ਆਪਣੀ ਉਂਗਲ ਇਹਦੇ ਮੂੰਹ ਵਿੱਚ ਪਾ ਕੇ ਉਹੀ ਦੁੱਧ ਚੰਗਾਊਂਗਾ, ਉਂਗਲੀ ਚੰਗਾਊਂਗਾ। ਕਹਿੰਦੇ ਇਸ ਤਰ੍ਹਾਂ ਮਾਤਾ ਇੰਦਰ ਦੀ ਇਹਨੇ ਉਹ ਜਿਹੜੀ ਉਂਗਲ ਜੀ ਆਪਣੇ ਮੂੰਹ 'ਚ ਰੱਖ ਲਈ ਸੀ, ਇਸ ਕਰਕੇ ਇਹਦਾ ਨਾਮ ਮਾਂਧਾਤਾ ਹੋਇਆ। ਇਹੋ ਜਿਹੇ ਪ੍ਰਸੰਗ ਪੁਰਾਣਾਂ ਦੇ ਹੈ। ਉਹ ਮਹਾਰਾਜ ਨੇ ਇੱਥੇ ਨਹੀਂ ਦਿੱਤੇ, ਸਿੱਧਾ ਰਾਜ ਭਾਗ ਹੀ ਕਥਨ ਕੀਤਾ। ਫਿਰ ਜਦੋਂ ਇਹ ਕਹਿੰਦੇ ਦੇਵਲੋਕ ਵਿੱਚ ਗਿਆ ਸੀ, ਇੰਦਰ ਰਾਜੇ ਨੇ ਅੱਧਾ ਕਾਸੇ ਨੂੰ ਦਿੱਤਾ ਹੈ। ਇਹ ਫਿਰ ਬਹੁਤ ਔਖਾ ਜਾ ਹੋ ਗਿਆ। ਹਾਕ ਗਹਿਓ ਕਰ ਖੱਗ ਭਯੰਕਰ। ਹਾਕ ਲਲਕਾਰਾ ਜਾ ਮਾਰ ਕੇ ਇਸ ਮਾਂਧਾਤੇ ਨੇ ਬੜਾ ਭਿਆਨਕ ਜਿਹੜਾ ਤੇਗ ਹੈ, ਡਰੂਣੀ ਤੇਗ ਜੀ ਆਪਣੇ ਹੱਥ ਲਈ ਹੈ। ਕਹਿੰਦਾ ਹੁਣ ਤੈਨੂੰ ਮੈਂ ਮਾਰੂੰਗਾ। ਮਾਰਨ ਲਾਗ ਜਬੈ ਰਿਸ ਇੰਦਰ ਹੈ। ਜਦੋਂ ਗੁੱਸੇ ਵਿੱਚ ਇਹ ਕਿ ਮਾਂਧਾਤਾ ਉਹ ਇੰਦਰ ਦੇਵਤੇ ਨੂੰ ਮਾਰਨ ਲੱਗਿਆ ਵੀ ਤੂੰ ਮੈਨੂੰ ਅੱਧਾ ਕਾਸਨ ਕਿਵੇਂ ਦਿੰਦਾ, ਮੈਂ ਤਾਂ ਸਾਰੇ ਤੇ ਇਕੱਲੇ ਨੇ ਬੈਠਣਾ ਹੈ। ਬਾਹ ਗਹੀ ਤਤਕਾਲ ਦਜਿੰਦਰ ਹੈ। ਉਸੇ ਵੇਲੇ ਜਿਹੜਾ ਇਹ ਸਾਰੇ ਬ੍ਰਹਮਣਾਂ ਦਾ ਮਾਲਕ ਹੈ ਉਹ ਬ੍ਰਹਸਪਤੀ ਹੈ, ਦੇਵਤਿਆਂ ਦਾ ਵੀ ਬ੍ਰਹਮਣਾਂ ਦਾ ਵੀ। ਉਹ ਬ੍ਰਹਸਪਤ ਨੇ ਦੇਵਤਿਆਂ ਦੇ ਗੁਰੂ ਨੇ ਇਹਦੀ ਬਾਂਹ ਫੜ ਲਈ ਹੈ। ਨਾਸ ਕਰੋ ਜਿਨ ਬਾਸਵ ਕੋ ਨ੍ਰਿਪ। ਉਸ ਵੇਲੇ ਬ੍ਰਹਸਪਤ ਜੀ ਬੋਲੇ, ਐ ਰਾਜਾ ਮਾਂਧਾਤਾ ਜੀ, ਇਹ ਇੰਦਰ ਦੇਵਤੇ ਦਾ ਮਤਾ ਨਾਸ਼ ਕਰੋ, ਮਤਾ ਮਾਰੋ ਇਸ ਨੂੰ। ਆਸਨ ਅਰਧ ਦਇਓ ਤੋ ਯਾ ਬ੍ਰਤ। ਮੇਰੇ ਤੈਨੂੰ ਜਿਹੜਾ ਇਹਨਾਂ ਨੇ ਅੱਧਾ ਆਸਨ ਦਿੱਤਾ ਹੈ ਨਾ, ਇਸ ਵਿੱਚ ਇਹ ਬਰਤ ਹੈ, ਇਹ ਨਿਯਮ ਹੈ। ਹੈ ਲਵ ਨਾਸਰ ਮਹਾਸੁਰ ਭੂਪਰ। ਕਹਿੰਦੇ ਧਰਤੀ ਉੱਪਰ ਇੱਕ ਮਥੁਰਾ ਦਾ ਰਾਜਾ ਹੈ ਲਵਨਾਸਰ, ਉਹ ਬਹੁਤ ਬਲੀ ਹੈ। ਤਾਹੇ ਨ ਮਾਰ ਸਕੈ ਤੁਮ ਕਿਉ ਕਰ। ਤੇ ਉਹਨੂੰ ਤਾਂ ਤੂੰ ਕਿਵੇਂ ਕਰਕੇ ਮਾਰ ਨਹੀਂ ਸਕਿਆ ਹੈ। ਮਥੁਰਾ ਦਾ ਰਾਜਾ ਜਿਹੜਾ ਲਵਨਾਸਰ ਹੈ ਉਹਨੂੰ ਤੂੰ ਮਾਰ ਨਹੀਂ ਸਕਿਆ ਹੈ।
ਜੋ ਤੁਮ ਤਾਹੀ ਸੰਘਾਰ ਕੈ ਆਵਹੁ। ਭੀਮਾ ਧਾਤੇ ਜੇ ਲਵਨਾਸਰ ਰਾਜੇ ਨੂੰ ਤੂੰ ਮਾਰ ਕੇ ਆਵੇਂਗਾ ਤੋ ਤੁਮ ਇੰਦਰ ਸਿੰਘਾਸਨ ਪਾਵਹੁ। ਫਿਰ ਇੰਦਰ ਦੇਵਤੇ ਦਾ ਸਾਰਾ ਜਿਹੜਾ ਸਿੰਘਾਸਨ ਤੂੰ ਪਾ ਲਏਗਾ। ਫਿਰ ਇੰਦਰ ਦੇਵਤਾ ਹੇਠਾਂ ਬੈਠ ਜੂ, ਤੂੰ ਬੈਠ ਸਕੇਗਾ ਗੱਦੀ ਤੇ। ਐਸ ਕੈ ਅਰਧ ਸਿੰਘਾਸਨ ਬੈਠਹੁ। ਵੀ ਉਹ ਜਿਹੜਾ ਮਥੁਰਾ ਦਾ ਰਾਜਾ ਲਵਨਾਸੁਰ ਨੂੰ ਤੂੰ ਮਾਰ ਨਹੀਂ ਸਕਿਆ ਤੇ ਮਾਰ ਵੀ ਨਹੀਂ ਸਕਣਾ ਹੈ। ਇਸ ਕਰਕੇ ਵੀ ਅੱਧੇ ਕਾਸਨ ਤੇ ਤੂੰ ਬੈਠ ਜਾ। ਸਾਚ ਕਹੋ ਪਰ ਨਾਕ ਨ ਐਠਹੁ। ਮੈਂ ਤੈਨੂੰ ਸੱਚ ਕਹਿ ਰਿਹਾ ਮਾਨਦਾਤਾ, ਇਹ ਸੱਚ ਸੁਣ ਕੇ ਤੂੰ ਨੱਕ ਜਾ ਨਾ ਚੜਾਈ, ਕਿਤੇ ਨੱਕ ਜਾ ਨਾ ਕੜਾਈ। ਇਹ ਸੱਚ ਕਹਿ ਦਿੱਤਾ ਹੈ ਵੀ ਇਹ ਤੇਰੇ ਅੰਦਰ ਘਾਟ ਰਹਿ ਗਈ ਹੈ। ਅਸਤਰ ਛੰਦ ਧਾਇਓ ਅਸਤਰ ਲੈ ਕੇ ਤਹਾ। ਕਹਿੰਦੇ ਉਸੇ ਵੇਲੇ ਜਿਹੜਾ ਮਾਨਦਾਤਾ ਆਪਣੇ ਆਪਣੇ ਹਸਤ ਵਿੱਚ ਧਨਕ ਤੀਰ ਲੈ ਕੇ ਧਾਇਆ ਦੌੜਿਆ। ਮਥੁਰਾ ਮੰਡਲ ਦਾਨੋ ਥਾਜਹ। ਜਿੱਥੇ ਕਹਿੰਦੇ ਮਥੁਰਾ ਸ਼ਹਿਰ ਦੇ ਵਿੱਚ ਲਵਨਾਸਰ ਦਾਨੋ ਰਾਜਾ ਰਹਿੰਦਾ ਹੈ ਸੀ। ਮਹਾ ਗਰਭ ਕਹਿ ਕੈ ਮਹਾ ਮੰਦ ਬੁੱਧੀ। ਮਹਾਨ ਹੰਕਾਰ ਜਾ ਕਰਕੇ ਮਹਾਨ ਜੋ ਬੁੱਧੀਮੰਦ ਬੁੱਧੀ ਮਾੜੀ ਬੁੱਧ ਵਾਲਾ ਕਲ ਵਾਲਾ ਹੈ। ਮਹਾ ਜੋਰ ਕਹਿ ਕੈ ਦਲੰਗ ਪਰਮ ਕ੍ਰੁਧੀ। ਬੜਾ ਕਹਿੰਦੇ ਬਲ ਜਾ ਕਰਕੇ ਦਰਜਾ ਲੈ ਕੇ ਬੜਾ ਗੁੱਸਾ ਕਰਕੇ ਕ੍ਰੋਧੀ। ਮਹਾ ਘੋਰ ਕਹਿ ਕੈ ਘਨੰ ਕੀ ਘਟਾ ਜਿਉ। ਮਹਾਨ ਕਹਿੰਦੇ ਭਿਆਨਕ ਜਿਵੇਂ ਬੱਦਲ ਦੀਆਂ ਘਟਾ ਹੁੰਦੀਆਂ ਇਸ ਤਰ੍ਹਾਂ ਕਹਿੰਦੇ ਗਰਜ ਕੇ। ਸੋ ਧਾਏ ਆਰਣੰ ਬਿਜਲੀ ਕੀ ਛਟਾ ਜਿਉ। ਸੋ ਧਾਇਆ ਰਣੰ ਬਿਜਲੀ ਕੀ ਛਟਾ ਜਿਉ। ਸ਼ੁੱਧ ਪਾਠ ਸੋ ਧਾਇਆ ਰਣੰ। ਕਹਿੰਦੇ ਜੰਗ ਵਿੱਚ ਧਾਇਆ ਧਾਵਾ ਕਰਕੇ ਹੈ ਜਿਵੇਂ ਬਿਜਲੀ ਦੀ ਛਟਾ ਹੁੰਦੀ ਹੈ। ਜਿਵੇਂ ਬਿਜਲੀ ਦੀ ਉਹ ਛਟਕ ਲਿਸ਼ਕ ਹੁੰਦੀ ਹੈ ਨਾ, ਇਸ ਤਰ੍ਹਾਂ ਬਦਲੀ ਬਿਜਲੀ ਦੀ ਛਿੜਕ ਲਿਸ਼ਕ ਵਾਂਗੂ ਕਿਰਨ ਵਾਂਗੂ ਇਹ ਧਾਵਾ ਕਰਕੇ ਆਇਆ ਜੰਗ ਵਿੱਚ। ਸੁਨੇ ਸਰਬ ਦਾਨੋ ਸੋ ਸਾਮੋਹੇ ਸਿਧਾਏ। ਉਹ ਜਿਹੜੇ ਲਵਨਾਸਰ ਦੇ ਬਾਕੀ ਸਰਬ ਦਾਨੋ ਸੀ, ਜਦੋਂ ਉਹਨਾਂ ਨੇ ਸੁਣਿਆ ਹੈ ਵੀ ਮਾਨਦਾਤਾ ਆ ਗਿਆ ਹੋਵੇ ਸਾਹਮਣੇ ਨੂੰ ਆਏ ਹਨ ਚੱਲ ਕੇ। ਮਹਾ ਕ੍ਰੋਧ ਕਹਿ ਕੈ ਸੋ ਬਾਜੀ ਨਚਾਏ। ਗੁੱਸਾ ਕਰਕੇ ਆਪੋ ਆਪਣੇ ਘੋੜਿਆਂ ਨੂੰ ਨਚਾਇਆ ਟਟਾਇਆ। ਮੇਦਕ ਛੰਦ ਅਬ ਏਕ ਕੀਏ ਬਿਨ ਯੋ ਨ ਟਰੈ। ਇਹਨੇ ਇੱਕ ਗੱਲ ਕੀਤੇ ਤੋਂ ਬਗੈਰ ਇਸ ਤਰ੍ਹਾਂ ਵੀ ਅਸੀਂ ਹੁਣ ਟਲਣਾ ਨਹੀਂ ਹੈ। ਦੋ ਦੰਤਨ ਪੀਸ ਹੰਕਾਰ ਪਰੈ। ਦੋਵੇਂ ਦੰਦਾਂ ਨੂੰ ਪੀ ਪੀ ਕੇ ਹੰਕਾਰ ਨਾਲ ਲਲਕਾਰੇ ਮਾਰਦੇ ਪੈਂਦੇ ਇੱਕ ਦੂਸਰੇ ਉੱਪਰ। ਜਬ ਲੋ ਨ ਸੁਨੋ ਲਵ ਖੇਤ ਮਰਾ। ਇਧਰ ਮਾਨਦਾਤਾ ਕਹਿੰਦਾ ਵੀ ਜਿੰਨਾ ਚਿਰ ਮੈਦਾਨੇ ਜੰਗ ਵਿੱਚ ਮੈਂ ਲਵਨਾਸਰ ਨੂੰ ਮਰਿਆ ਹੋਇਆ ਨਹੀਂ ਨਾ ਸੁਣ ਲੈਂਦਾ, ਮਾਰਿਆ ਹੋਇਆ ਨਹੀਂ ਸੁਣ ਲੈਂਦਾ। ਤਬ ਲੋ ਨ ਲਖੇ ਰਨ ਬਾਜ ਟਰਾ। ਕਹਿੰਦੇ ਉਹਨਾਂ ਚਿਰ ਕਹਿੰਦੇ ਜਾਣ ਲੋ ਇਹ ਜੰਗ ਦੇ ਵਿੱਚੋਂ ਮੈਂ ਬਿਲਕੁਲ ਨਹੀਂ ਟਲਾਂਗਾ। ਅਬ ਹੀ ਰਣ ਏਕ ਕੀ ਏਕ ਕਰੈ। ਬਸ ਹੁਣ ਕਹਿੰਦੇ ਜੰਗ ਦੇ ਵਿੱਚ ਇੱਕ ਦੀ ਗੱਲ ਕਰ ਦਿਆਂਗੇ, ਇੱਕ ਪਾਸੇ ਦੀ ਗੱਲ ਕਰ ਦਊਗਾ, ਇੱਕ ਮਰ ਜਾਊ ਇੱਕ ਰਹਿ ਜਾਊਗਾ। ਬਿਨ ਏਕ ਕੀਏ ਰਨ ਤੇ ਨ ਟਰੈ। ਇੱਕ ਪਾਸੇ ਕੀਤੇ ਤੋਂ ਬਗੈਰ ਜੰਗ ਦੇ ਵਿੱਚ ਨਹੀਂ ਟਲਣਾ ਹੈ। ਬਹੁ ਸਾਲ ਸਿਲਾ ਤਲ ਬ੍ਰਿਛ ਛੁਟੇ। ਉਸ ਵੇਲੇ ਬੜੇ ਸਾਲ ਦੇ ਜਿਹੜੇ ਦਰਖਤ ਹੈ ਪਹਾੜ ਹੈ ਤੇ ਹੋਰ ਜਿਹੜੇ ਬਿਰਛ ਧਰਤੀ ਤੇ ਚੱਲੇ ਹਨ। ਦੁਹ ਓਰ ਜਬੈ ਰਣ ਵੀਰ ਜੁਟੇ। ਇਹਨਾਂ ਦੋਹਾਂ ਪਾਸਿਆਂ ਤੋਂ ਸੂਰਬੀਰ ਜੰਗ ਵਿੱਚ ਜੁੜ ਪਏ ਹੈ। ਕੋਈ ਚੁੱਕ ਚੱਕ ਕੇ ਦਰਖਤ ਮਾਰੀ ਜਾਂਦਾ, ਕੋਈ ਪਹਾੜ ਚੁੱਕ ਕੇ ਮਾਰਦਾ ਹੈ। ਕੁਪ ਕੈ ਲਵ ਪਾਨ ਤ੍ਰਿਸ਼ੂਲ ਲਿਓ। ਇਧਰ ਜਿਹੜਾ ਲਵਨਾਸਰ ਸੀ ਮਥੁਰਾ ਦਾ ਰਾਜਾ, ਉਹਨੇ ਗੁੱਸੇ ਵਿੱਚ ਆ ਕੇ ਜਿਹੜਾ ਸ਼ਿਵ ਜੀ ਨੇ ਖੁਸ਼ ਹੋ ਕੇ ਇਹਨੂੰ ਤ੍ਰਿਸ਼ੂਲ ਦਿੱਤਾ ਸੀ ਨਾ, ਉਹ ਆਪਣੇ ਹੱਥਾਂ ਵਿੱਚ ਲੈ ਲਿਆ ਹੈ।
ਸਿਰ ਧਾਤ ਮਾਨ ਦੁਖੰਡ ਕੀਓ। ਸਿਰ ਧਾਤਾ ਮਾਨ ਦੁਖੰਡ ਕੀਓ। ਜਿਹੜਾ ਇਹ ਮਾਨ ਧਾਤਾ ਹੈ ਉਹਦੇ ਮਾਰ ਕੇ ਸਿਰ ਵਿੱਚ ਦੋ ਟੁੱਟੇ ਕਰ ਦਿੱਤਾ ਹੈ। ਬਹੁ ਜੂਥ ਪਜੂਥਨ ਸੈਨ ਭਜੀ। ਜਿੰਨੇ ਕਹਿੰਦੇ ਜੂਥ ਜਿਹੜੇ ਸੈਨਾਪਤੀ ਹੈ ਤੇ ਉਹਨਾਂ ਦੀ ਜਿਹੜੀ ਫੌਜ ਆ ਜੂਥਨ ਕੀ ਹੈ ਸਮੂਹ, ਜਿੰਨੇ ਕਹਿੰਦੇ ਸੈਨਾਪਤੀ ਹੈ ਤੇ ਉਹਨਾਂ ਸੈਨਾਪਤੀਆਂ ਦੀ ਜੂਥਨ ਫੌਜ ਝੁੰਡ ਹੈ ਪਲਟਨ ਹੈ। ਬਹੁਤ ਜੂਥਨ ਸੈਨ ਭਜੀ। ਇਸੇ ਤਰ੍ਹਾਂ ਜਿਹੜੇ ਜੂਥ ਦੇ ਫੌਜ ਦੇ ਪਤ ਮਾਲਕ ਹੈ, ਜਿਸ ਜੂਥ ਦਾ ਸੈਨਾਪਤੀ ਹੈ ਤੇ ਜਿਹੜੀ ਫੌਜ ਹੈ ਉਹ ਜੂਥਨ ਕੀ ਹੈ ਸਮੂਹ ਭਜ ਤੁਰੀ ਹੈ। ਨਾ ਉਚਾਇ ਸਕੈ ਸਿਰ ਐਸ ਲਜੀ। ਐਸੀ ਸ਼ਰਮਸ਼ਾਰ ਹੋਈ ਹੈ ਫੌਜ ਕੋਈ ਸਿਰ ਨਹੀਂ ਚੁੱਕ ਸਕਿਆ ਹੈ। ਘਨ ਜੈਸ ਭਜੇ ਘਨ ਘਾਇਲ ਹੋਇ। ਜਿਹੜੇ ਕੋਈ ਜ਼ਖਮੀ ਆ ਫੱਟੜ ਹੋ ਗਿਆ ਉਹ ਭੱਜ ਗਏ ਜਿਵੇਂ ਬੱਦਲ ਦੌੜਦੇ ਹੁੰਦੇ ਆ ਖਾਸ ਵਿੱਚ। ਬਰਖਾ ਜਿਮ ਸਰੋਣਤ ਧਾਰ ਚੋਏ। ਹਾਂ ਬਾਰਿਸ਼ ਜਿਹੜੀਆਂ ਲੋਹਾ ਦੀਆਂ ਧਾਰਾਂ ਚੋਰੀਆਂ ਜਿਵੇਂ ਧਰਤੀ ਤੇ ਬਾਰਿਸ਼ ਹੋ ਰਹੀ ਹੁੰਦੀ ਹੈ ਪਾਣੀ ਦੀ। ਸ਼ੁਭ ਮਾਨ ਮਹੀਪਤ ਛੇਤਰਹ ਦੇ ਦੈ। ਜਿਹੜਾ ਚੰਗਾ ਮਾਨ ਧਾਤਾ ਰਾਜਾ ਸੀ ਉਸਨੂੰ ਕਹਿੰਦੇ ਛੇਤਰਹ ਦੈ। ਜੰਗ ਜਿਹੜਾ ਜੰਗ ਵਾਲਾ ਥਾਂ ਮੈਦਾਨਾ ਜੰਗ ਉਹਦੇ ਵਿੱਚ ਦੇ ਕੇ ਮਰਵਾ ਕੇ। ਸਭ ਹੀ ਦਲ ਭਾਗ ਚੱਲਾ ਜੀ ਲੈ। ਸਾਰਾ ਜਿਹੜਾ ਦਲ ਹੈ ਉਹ ਆਪਣਾ ਜੀ ਲੈ ਕੇ ਜਾਨ ਲੈ ਕੇ ਭੱਜ ਚਲਿਆ ਹੈ। ਇੱਕ ਘੂਮਤ ਘਾਇਲ ਸੀਸ ਫੁੱਟੇ। ਇੱਕ ਮਾਨ ਧਾਤੇ ਜਿਹੜੇ ਸੂਰਬੀਰ ਆ ਜਿਨ੍ਹਾਂ ਦੇ ਸਿਰ ਜੇ ਫੁੱਟ ਗਏ ਆ ਜ਼ਖਮੀ ਹੋ ਗਏ ਉਹ ਵਿਚਾਰੇ ਉੱਥੇ ਘੁੰਮ ਰਹੇ ਚੱਕਰ ਕੱਟ ਰਹੇ ਹੈ। ਇੱਕ ਸਰੋਣ ਚੁਚਾਵਤ ਕੇਸ ਛੁੱਟੇ। ਇੱਕ ਨਾ ਦੇ ਕੇਸ ਜੇ ਖੁੱਲੇ ਐ ਤੇ ਫੱਟਾਂ ਵਿੱਚੋਂ ਲਹੂ ਚੋ ਰਿਹਾ ਹੈ। ਰਣ ਮਾਰ ਕਮਾਨ ਤਰਸੂਲ ਲੀਏ। ਉਹ ਜਿਹੜਾ ਲਵਲਾਸਰ ਦੇ ਰਾਜਾ ਹੈ ਉਸਨੇ ਤਰਸੂਲ ਜਾਂ ਮਾਰ ਕੇ ਜਿਹੜਾ ਇਹ ਮਾਨ ਧਾਤਾ ਹੈ ਇਹਨੂੰ ਜੰਗ ਦੇ ਵਿੱਚ ਕਹਿੰਦੇ ਸਿੱਟ ਲਿਆ ਹੈ। ਭੱਟ ਭਾਂਤਹਿ ਭਾਂਤ ਭਜਾਏ ਦੀਏ। ਉਦੋਂ ਬਾਅਦ ਜਿੰਨੇ ਸੂਰ ਵੀ ਹੈ ਤਰ੍ਹਾਂ ਤਰ੍ਹਾਂ ਨਾਲ ਜੰਗ ਜਾ ਕਰਕੇ ਉਹ ਵੀ ਮੈਦਾਨੇ ਜੰਗ ਵਿੱਚੋਂ ਇਹ ਭਜਾ ਦਿੱਤੇ ਹੈ ਤੇ ਮਾਨ ਧਾਤੇ ਨੂੰ ਇਹਨੇ ਤਰਸੂਲ ਮਾਰ ਕੇ ਮਾਰ ਦਿੱਤਾ ਹੈ। ਇਹ ਫਿਰ ਕਹਿੰਦੇ ਸਵਰਗ ਵਿੱਚ ਜਾ ਨਹੀਂ ਸਕਿਆ ਜਿਉਂਦਾ, ਇੱਥੇ ਇਹ ਰਹਿ ਗਿਆ ਸੀ। ਇਸੇ ਮਾਨ ਧਾਤੇ ਦਾ ਪੁੱਤਰ ਜਿਹੜਾ ਹੈ ਇਹ ਮੁਚਕੰਦ ਰਾਜਾ ਹੋਇਆ। ਮੁਚਕੰਦ ਲਿਖੀ ਵੀ ਸੀ ਔਰ ਜਿਹਦੇ ਤੇ ਉਹ ਕ੍ਰਿਸ਼ਨ ਜੀ ਕੰਬਲੀ ਜੀ ਪਾ ਕੇ ਤੇ ਇਸ ਤੋਂ ਅੱਗੇ ਭੱਜ ਗਏ ਸੀ। ਪਿੱਛੇ ਪਿੱਛੇ ਉਹ ਜਿਹੜਾ ਮਲੇਸ਼ ਕਾਲ ਜਮਨਾ ਰਿਹਾ ਸੀ ਉਹ ਆਪ ਤਾਂ ਪਾਸੇ ਉੱਲੇ ਜਿਹੇ ਹੋ ਗਏ ਸਨ। ਜਿਹੜਾ ਕਾਲ ਜਮਨ ਹੈ ਇਹਨੇ ਦੇਖਿਆ ਵੀ ਇਹ ਕ੍ਰਿਸ਼ਨ ਬੈਠਾ ਹੈ ਤੇ ਪਿੱਛੇ ਜਾ ਕੇ ਲੱਤ ਜੀ ਮਾਰੀ ਸੀ ਤੇ ਹੁਣ ਕਿਵੇਂ ਇੱਥੇ ਬੈਠਾ ਹੈ, ਉੱਠ ਜੰਗ ਕਰ। ਉਹ ਜਿਹੜਾ ਇਹ ਮੁਚਕੰਦ ਹੈ ਇਹਨੇ ਇਸ ਤਰ੍ਹਾਂ ਜਿਹੜੇ ਦੁਸ਼ਟ ਲੋਕ ਹੈ ਉਹਨਾਂ ਨੂੰ ਮਾਰ ਮੂਰ ਕੇ ਦੇਵਤਿਆਂ ਦੀ ਪ੍ਰਸੰਨਤਾ ਹਾਸਲ ਕੀਤੀ ਸੀ ਤੇ ਤੁਹਾਨੂੰ ਫਿਰ ਦੇਵਤਿਆਂ ਨੇ ਮੁਚਕੰਦ ਨੂੰ ਕਿਹਾ ਸੀ ਵੀ ਕੋਈ ਮੰਗ। ਕਹਿੰਦਾ ਵੀ ਹੁਣ ਮੈਂ ਆਰਾਮ ਕਰਨਾ ਹੈ, ਥਕਾਵਟ ਸਹਿਤ ਹੈ, ਬਹੁਤਾ ਸਮਾਂ ਆਰਾਮ ਕਰਾਂ, ਮੈਨੂੰ ਕੋਈ ਜਗਾਵੇ ਨਾ। ਇਹ ਵਰ ਦਿਓ ਵੀ ਜਿਹੜਾ ਮੈਨੂੰ ਇਹ ਸੁੱਤੇ ਹੋਏ ਨੂੰ ਜਗਾਵੇ, ਮੇਰੇ ਅੱਖਾਂ ਵਿੱਚੋਂ ਐਸੀ ਅੱਗ ਨਿਕਲੇ ਦੇਖਣ ਵਾਲਾ ਭਸਮੀ ਭੂਤ ਹੋ ਜਾਏ। ਕਹਿੰਦੇ ਉਹ ਫਿਰ ਐਸਾ ਹੀ ਕਹਦੇ ਪਰ ਦਿੱਤਾ ਵੀ ਐਸਾ ਹੋਏਗਾ। ਫਿਰ ਜਦੋਂ ਇਹਨੇ ਜਾ ਕੇ ਲਵਣਾਸਰ ਨੇ ਕਾਲ ਜਮਨ ਨੇ ਲੱਤ ਜੀ ਮਾਰੀ ਹੈ ਮੁਚਕੰਦ ਰਾਜੇ ਕੀ ਦੇ
तो जगाया उन्होंने अखां चों अग निकली या शरीर चों अग निकली कि चलो अग निकली तो बस के काल चों सुहा हो गया जिंदा ही सन मच गया वो पिछे पर भी काल जवन का आया ही है ਉਹਦੇ ਦੱਸਿਆ ਗਿਆ ਸੀ ਕ੍ਰਿਸ਼ਨ ਜੀ ਨੇ ਲੱਤ ਮਾਰ ਕੇ ਆਪ ਹੋਲੇ ਹੋ ਗਏ ਇਹਨਾਂ ਨੂੰ ਕਾਲ ਜਮਨ ਆ ਗਿਆ ਸੀ ਉਹ ਸਾਹਮਣੇ ਤੇ ਉਹ ਦੇਖਣ ਨਾਲ ਭਸਮ ਹੋ ਗਿਆ ਕਿਸੇ ਨੇ ਲਿਖਿਆ ਵੀ ਕਾਲ ਜਮਨ ਨੇ ਜਾ ਕੇ ਲੱਤ ਮਾਰੀ ਤੇ ਫਿਰ ਜਿਹਨਾਂ ਨੇ ਪਿੱਛੇ ਨੂੰ ਝਾਕਿਆ ਕਹਾ ਕਿ ਉਦੋਂ ਇਹ ਸਰ ਕੇ ਸੁਆਹ ਹੋ ਗਿਆ ਸੀ ਸੋ ਇਸ ਤਰ੍ਹਾਂ ਜਾਣੀਏ ਮਾਨਤਾ ਤੇ ਰਾਜੇ ਦਾ ਪੁੱਤਰ ਸੀ ਜਿਹੜਾ ਮੁਚਕੰਦ ਲਿਖੀ ਜਾਂ ਰਾਜਾ ਸੀ ਤੇ ਮਾਨਤਾ ਤੇ ਰਾਜੇ ਦਾ ਪ੍ਰਸੰਗ ਰਾਜ ਭਾਗ ਦਾ ਤੇ ਮਰਨ ਦਾ ਤੇ ਪੂਰਾ ਹੋਇਆ ਸੀ ਮਾਨਤਾ ਤਾਂ ਬੜਾ ਜਿਵੇਂ ਮਾਨਤਾ ਤਾਂ ਮਾਰਿਆ ਗਿਆ ਉਹ ਪ੍ਰਸੰਗ ਇਥੇ ਹੋਇਆ ਸਮਾਪਤ ਹੋਇਆ ਅੱਗੇ ਦਲੀਪ ਰਾਜੇ ਦਾ ਰਾਜ ਭਾਗ ਦਾ ਕਥਨ ਮਹਾਰਾਜ ਨੇ ਕੀਤਾ ਹੈ ਉਹ ਜਿਵੇਂ ਪ੍ਰਸੰਗ ਆਏਗਾ ਕੱਲ ਦੇ ਦੀਵਾਨ ਵੀ ਸੁਣਾਂਗੇ ਜੀ ਇੱਕ ਘੂਮਤ ਘਾਇਲ ਸੀਸ ਫੁੱਟੇ ਇੱਕ ਸ਼੍ਰੋਣ ਚੁਚਾਵਤ ਕੇਸ ਛੁੱਟੇ ਰਣ ਮਾਰ ਕੇ ਮਾਨ ਤ੍ਰਿਸ਼ੂਲ ਲਿਏ ਭਟ ਭਾਂਤਹਿ ਭਾਂਤ ਭਜਾਏ ਦੀਏ ਇਤ ਮਾਨ ਧਾਤਾ ਬਧ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਆਚਿਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਸਾਰ हे संगी हे निरंकार हे निर्गुण सब टेक हे गोविंद हे गुण निधान जंके सदा विवेक हे अपरंपर हर हरे है पी होवनहार हे संतान का सदा संग निदाराया धार हे ठाकुर हों दासरो मैं निर्गुण गुण नहीं कोई नानक दीजै नाम दान रखो ही है पुरो आए प्रभु शरणागति कृपा निज दयाल एक अखर हर मन वस्तु नानक होत निहाल वाहिगुरु नाम जहाज है चढ़े सो तरे पार जो सरदा कर सेवंदे गुरु पारे उचारण हार जो सरदा कर सेवंदे गुरु पारे उचारण हार तुम ठाकुर